ਜਾਪੈ ਆਪ ਪ੍ਰਭੂ ਤਿਹੁ ਲੋਇ। ਜੁਗ ਜੁਗ ਦਾਤਾ ਅਵਰ ਨਾ ਕੋਈ। ਜਿਉ ਭਾਵੈ ਤਿਉ ਰਾਖੈ ਰਾਖ। ਜਸ ਜਾਚਉ ਦੇਵੈ ਪਤ ਸਾਖ। ਜਾਗਤ ਜਾਗ ਰਹਾ ਤੁਧ ਭਾਵਾਂ। ਜਾਂ ਤੂੰ ਮਿਲੈ ਤਾਂ ਤੁਝੈ ਸਮਾਵਾਂ। ਜੈ ਜੈਕਾਰ ਜਪਉ ਜਗਦੀਸ਼। ਗੁਰਮਤਿ ਮਿਲੀਐ 20-21। ਝੱਖ ਬੋਲਣ ਕਿਆ ਜਗ ਸਿਉ ਬਾਦ। ਝੂਰ ਮਰੈ ਦੇਖੈ ਪਰਮਾਦ। ਜਨਮ ਮੂਏ ਨਹੀਂ ਜੀਵਨ ਆਸਾ। ਆਏ ਚੱਲੇ ਭਏ ਆਸ ਨਿਰਾਸਾ। ਝੁਰ ਝੁਰ ਝੱਖ ਮਾਟੀ ਰਲ ਜਾਏ। ਕਾਲ ਨਾ ਚਾਂਪੈ ਹਰ ਗੁਣ ਗਾਏ। ਪਾਈ ਨਾਮ ਨਿਧ ਹਰ ਕੈ ਨਾਇ। ਆਪੇ ਦੇਵੈ ਸਹਿਜ ਸੁਭਾਇ। ਪਾਈ ਨਾਮ ਨਿਧ ਹਰ ਕੈ ਨਾਇ। ਆਪੇ ਦੇਵੈ ਸਹਿਜ ਸੁਭਾਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਜੇ ਹੋਏ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਆਪ ਸਰਬੱਤ ਸੰਗਤ ਨੇ ਬੜੇ ਅਦਬ ਸਤਿਕਾਰ ਪਿਆਰ ਸਹਿਤ ਗੁਰੂ ਸਵਾਰਿਆਂ ਪਾਸੋਂ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਕੀਰਤਨ ਸ਼ਰਵਣ ਕੀਤਾ ਹੈ। ਲੜੀਵਾਰ ਚੱਲ ਰਹੀ ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਦੀ ਅੰਮ੍ਰਿਤਮਈ ਪਾਵਨ ਬਾਣੀ ਰਾਗ ਰਾਮਕਲੀ ਦੇ ਵਿੱਚੋਂ ਓਅੰਕਾਰ। ਇਸ ਬਾਣੀ ਦਾ 25 ਅਤੇ 26 ਨੰਬਰ ਪਦਾ ਬੰਦ ਆਪ ਜੀ ਨੇ ਸ਼ਰਵਣ ਕੀਤਾ ਹੈ। ਸੰਸਾਰ ਦੇ ਅੰਦਰ ਮਨੁੱਖ ਜਦੋਂ ਕੁਝ ਵੰਡਦਾ ਹੈ ਤਾਂ ਆਪਣੀ ਸਮਰੱਥਾ ਨੂੰ ਧਿਆਨ ਵਿੱਚ ਰੱਖ ਕੇ ਕੁਝ ਦਿੰਦਾ ਹੈ। ਹਜ਼ਾਰਾਂ ਵਾਲਾ ਸੈਂਕੜਿਆਂ ਵਿੱਚ ਹੀ ਵੰਡ ਸਕਦਾ ਹੈ, ਉਹ ਲੱਖਾਂ ਦੇ ਵਿੱਚ ਵੰਡਣ ਦੀ ਆਸ ਨਹੀਂ ਰੱਖ ਸਕਦਾ। ਲੱਖਾਂ ਵਾਲਾ ਹਜ਼ਾਰਾਂ ਵਿੱਚ ਵੰਡੇਗਾ ਕਿਉਂਕਿ ਉਸ ਨੂੰ ਆਪਣੀ ਸਮਰੱਥਾ ਦਾ ਗਿਆਨ ਹੈ ਵੀ ਜੇ ਲੱਖਾਂ ਹੁੰਦਿਆਂ ਮੈਂ ਲੱਖਾਂ ਵਿੱਚ ਹੀ ਵੰਡਣੇ ਸ਼ੁਰੂ ਕਰ ਦੇਵਾਂਗਾ ਤਾਂ ਇੱਕ ਦਿਨ ਮੈਨੂੰ ਵੀ ਮੰਗਣ ਵਾਲਿਆਂ ਦੀ ਕਤਾਰ ਵਿੱਚ ਖਲੋਣਾ ਪੈ ਸਕਦਾ ਹੈ। ਇਸੇ ਤਰੀਕੇ ਨਾਲ ਸੰਸਾਰ ਦੇ ਅੰਦਰ ਮਨੁੱਖ ਆਪਣੀ ਤਾਕਤ, ਆਪਣਾ ਦਾਇਰਾ, ਆਪਣੀ ਸਮਰੱਥਾ ਵੇਖ ਕੇ ਕਿ ਮੇਰੀ ਪਾਇਆ ਕਿੰਨੀ ਕੁ ਹੈ, ਉਸੇ ਹਿਸਾਬ ਦੇ ਨਾਲ ਹੀ ਦੂਸਰੇ ਨੂੰ ਕੁਝ ਦਿੰਦਾ ਹੈ। ਉਹਨਾਂ ਨੂੰ ਆਮ ਭਾਸ਼ਾ ਵਿੱਚ ਅਸੀਂ ਦਾਨੀ ਕਹਿ ਦਿੰਦੇ ਹਾਂ। ਸੰਸਾਰ ਦੇ ਵਿੱਚ ਵੀ ਉਹ ਦਾਨੀ ਸੱਜਣ ਹਨ ਜਿਹੜੇ ਆਪਣੇ ਹੱਥੋਂ ਕੁਝ ਨਾ ਕੁਝ ਦੂਸਰੇ ਨੂੰ ਦਿੰਦੇ ਹਨ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਬਾਰਕ ਬਾਣੀ ਦੇ ਵਿੱਚ ਆਖਿਆ, ਉਹ ਅਕਾਲ ਪੁਰਖ ਵਾਹਿਗੁਰੂ ਵੱਡਾ ਦਾਤਾ ਹੈ।
ਉਸ ਨੂੰ ਕੁਝ ਵੀ ਬਖਸ਼ਿਸ਼ ਕਰਨ ਲੱਗਿਆਂ ਆਪਣੀ ਸਮਰੱਥਾ ਨੂੰ ਤੋਲਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਉਹ ਬੇਅੰਤ ਤਾਕਤ ਔਰ ਸਮਰੱਥਾ ਦਾ ਮਾਲਕ ਹੈ। ਇਸ ਲਈ ਸ਼ਬਦ ਵਰਤੇ ਨੇ ਗੁਰੂ ਨਾਨਕ ਮਹਾਰਾਜ ਨੇ, ਵੱਡਾ ਦਾਤਾ ਤੇਲ ਨਾ ਤਮਾਏ। ਉਹ ਦਾਤਾ ਬਹੁਤ ਵੱਡਾ ਹੈ ਤੇ ਸੰਸਾਰ ਅੰਦਰ ਜਦੋਂ ਕੋਈ ਮਨੁੱਖ ਕਿਸੇ ਨੂੰ ਕੁਝ ਦਿੰਦਾ ਹੈ ਤੇ ਨਾਲ ਇੱਕ ਤਮਾ ਹੁੰਦਾ ਹੈ, ਇੱਕ ਮਨ ਦੇ ਅੰਦਰ ਭਾਵਨਾ ਹੁੰਦੀ ਹੈ, ਲਾਲਚ ਹੁੰਦਾ ਹੈ। ਜਾਂ ਤਾਂ ਮਨੁੱਖ ਦੇ ਅੰਦਰ ਇਹ ਤਮਾ ਹੈ ਕਿ ਮੈਨੂੰ ਬਹੁਤ ਕੁਝ ਇਹਦੇ ਇਵਜ਼ ਵਿੱਚ ਮਿਲ ਜਾਏ, ਦੂਣਾ ਹੋ ਕੇ ਮਿਲੇ, 10 ਗੁਣਾ ਹੋ ਕੇ ਮਿਲੇ। ਜਾਂ ਦੇਣ ਵਾਲੇ ਦੇ ਮਨ ਅੰਦਰ ਇਹ ਭਾਵਨਾ ਹੁੰਦੀ ਹੈ ਵੀ ਮੇਰਾ ਪਰਲੋਕ ਸਵਰ ਜਾਏ, ਮੈਨੂੰ ਪਰਲੋਕ ਵਿੱਚ ਸੁੱਖ ਮਿਲੇ। ਤੇ ਜੇ ਹੋਰ ਕੁਝ ਨਾ ਹੋਵੇ ਤੇ ਇਹ ਆਸ ਮਨ ਅੰਦਰ ਬੰਦਾ ਤਮਾ ਰੱਖਦਾ ਹੈ ਵੀ ਮੈਨੂੰ 4 ਬੰਦੇ ਚੰਗਾ ਤੇ ਕਹਿਣ, ਕਿਉਂਕਿ ਮੈਂ ਇੱਕ ਨੇਕ ਕੰਮ ਕੀਤਾ ਹੈ। ਕੁਝ ਨਾ ਕੁਝ ਮਨੁੱਖ ਦੇ ਮਨ ਅੰਦਰ ਵੰਡਣ ਲੱਗਿਆਂ, ਕਿਸੇ ਨੂੰ ਕੁਝ ਦੇਣ ਲੱਗਿਆਂ ਤਮਾ ਹੈ। ਪਰ ਸਤਿਗੁਰੂ ਆਖਦੇ ਉਹ ਦਾਤਾ ਜਿੱਡਾ ਵੱਡਾ ਹੈ, ਦਾਤਾਂ ਜਿੰਨੀਆਂ ਵੱਡੀਆਂ ਦਿੰਦਾ ਹੈ, ਪਰ ਤਮਾ ਉਹਦੇ ਅੰਦਰ ਰੰਚਕ ਮਾਤਰ ਵੀ ਨਹੀਂ। ਨਾ ਉਸ ਨੂੰ ਇਹ ਆਸ ਹੈ ਵੀ ਸੰਸਾਰ ਦੇ ਲੋਕ ਮੇਰੀ ਵਡਿਆਈ ਨੂੰ ਵੇਖ ਕੇ ਮੇਰੇ ਦਾਤੇ ਹੋਣ ਦੇ ਸੋਹਲੇ ਗਾਉਣ, ਮੈਨੂੰ ਵੱਡਾ ਆਖਣ। ਉਹਨੂੰ ਆਪਣੀ ਵਡਿਆਈ ਦਾ ਵੀ ਕੋਈ ਸ਼ੌਂਕ ਨਹੀਂ, ਕੋਈ ਤਮਾ ਨਹੀਂ, ਕੋਈ ਲਾਲਚ ਨਹੀਂ। ਉਸ ਦਾਤੇ ਦੇ ਪਰਥਾਏ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਬਾਰਕ ਬਾਣੀ ਵਿੱਚ ਸਤਿਗੁਰਾਂ ਨੇ ਆਖਿਆ ਹੈ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਓ। ਹੇ ਵਾਹਿਗੁਰੂ, ਤੂੰ ਮੁਕੰਮਲ ਦਾਤਾ ਹੈ, ਅਧੂਰੀ ਦਾਤ ਤੂੰ ਨਹੀਂ ਦਿੰਦਾ। ਔਰ ਉਸ ਬਾਬਤ ਹੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਸਾਚੇ ਸਾਹਿਬਾ, ਸਾਹਿਬ ਕਹਿੰਦੇ ਨੇ ਮਾਲਕ ਨੂੰ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇ ਸੋ ਪਾਵੇ। ਜਿਸ ਉੱਪਰ ਵੀ ਤੂੰ ਆਪਣੀ ਬਖਸ਼ਿਸ਼ ਕਰਦਾ ਹੈ ਉਹ ਤੇਰੀਆਂ ਦਾਤਾਂ ਨਾਲ ਭਰਪੂਰ ਹੋ ਜਾਂਦਾ ਹੈ, ਤ੍ਰਿਪਤ ਹੋ ਜਾਂਦਾ ਹੈ। ਇਸੇ ਲਈ ਭਾਈ ਗੁਰਦਾਸ ਜੀ ਸਾਨੂੰ ਉਚੇਚੇ ਤੌਰ ਉੱਪਰ ਇਸ ਗੱਲ ਵੱਲ ਸਾਡਾ ਧਿਆਨ ਖਿੱਚਦੇ ਨੇ। ਉਹ ਆਖਦੇ ਨੇ, ਐਸੇ ਦਾਤੇ ਕੋਲੋਂ ਮੰਗਣੀ ਕਿਉਂ ਜਾਈਏ। ਜਿਸ ਦਾਤੇ ਕੋਲ ਇੱਕ ਵਾਰ ਫਰਿਆਦ ਕਰਨ ਤੋਂ ਬਾਅਦ ਵੀ ਗੁੰਜਾਇਸ਼ ਰਹਿ ਜਾਏ ਵੀ ਅਜੇ ਵੀ ਘਾਟ ਹੈ, ਕੁਝ ਹੋਰ ਵੀ ਚਾਹੀਦਾ ਹੈ। ਸ਼ਬਦ ਉਹਨਾਂ ਨੇ ਵਰਤੇ ਨੇ, ਦਾਤਾ ਉਹ ਨਾ ਮੰਗੀਐ ਫਿਰ ਮੰਗਣ ਜਾਈਏ। ਐਸੇ ਹੋਸ਼ੇ ਦਾਤੇ ਕੋਲ ਕਿਉਂ ਜਾਈਏ ਜਿਸ ਕੋਲ ਜਾਣ ਦੀ ਦੁਬਾਰਾ ਵੀ ਗੁੰਜਾਇਸ਼ ਰਹਿ ਜਾਏ, ਜਿਹੜਾ ਬਾਰ-ਬਾਰ ਤਰਲੇ ਕਢਵਾਏ, ਬਾਰ-ਬਾਰ ਜਿਸ ਅੱਗੇ ਨਿਉਣਾ ਪਵੇ, ਬਾਰ-ਬਾਰ ਜਿਸ ਅੱਗੇ ਜਾ ਕੇ ਆਪਣੀ ਬਿਰਥਾ ਕਹਿਣੀ ਪਵੇ। ਕਿਉਂ ਨਾ ਐਸੇ ਸਮਰੱਥ ਅਕਾਲ ਪੁਰਖ ਵਾਹਿਗੁਰੂ ਦਾਤੇ ਦੇ ਅੱਗੇ ਹੀ ਨਿਉ ਜਾਈਏ, ਜਿਸ ਦੀ ਦਿੱਤੀ ਹੋਈ ਦਾਤ ਮਨੁੱਖ ਨੂੰ ਤ੍ਰਿਪਤ ਕਰ ਦਿੰਦੀ ਹੈ। ਤੇ ਦਾਤ ਵੀ ਉਸ ਕੋਲੋਂ ਕੀ ਮੰਗੀਏ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਗੁਰੂ ਪਿਆਰ ਵਾਲਿਓ, ਡਿਪੈਂਡ ਕਰਦਾ ਹੈ, ਨਿਰਭਰ ਕਰਦਾ ਹੈ ਵੀ ਦਾਤਾ ਕਿਹੋ ਜਿਹਾ ਹੈ, ਕਿੰਨੀ ਕੁ ਸਮਰੱਥਾ ਦਾ ਮਾਲਕ ਹੈ। ਤੇ ਦੂਜੀ ਗੱਲ ਇਹ ਕਿ ਜੋ ਮੰਗਿਆ ਗਿਆ ਉਹ ਹੈ ਕੀ। ਕਿਉਂਕਿ ਕੁਝ ਐਸੀਆਂ ਚੀਜ਼ਾਂ ਵੀ ਨੇ ਜੋ ਮੰਗੀਆਂ ਨੇ ਤੇ ਦੁਬਾਰਾ ਮੰਗਣੀਆਂ ਪੈਣਗੀਆਂ, ਤ੍ਰਿਪਤੀ ਨਹੀਂ ਹੋਵੇਗੀ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਖਦੇ ਨੇ, ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਤੇ ਮੁਕੰਮਲ ਦਾਤਾ ਹੈ। ਔਰ ਮੈਨੂੰ ਗੁਰੂ ਕੋਲੋਂ ਇਹ ਸੋਝੀ ਆਈ ਵੀ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਓ। ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਹੋਰ ਜੋ ਵੀ ਮੈਂ ਮੰਗਾ ਉਹ ਥਿਰ ਨਹੀਂ, ਟਿਕਾ ਵਾਲਾ ਨਹੀਂ, ਸਦਾ ਲਈ ਤ੍ਰਿਪਤੀ ਨਹੀਂ ਦਿੰਦਾ, ਸਦਾ ਕੋਲ ਨਹੀਂ ਰਹਿੰਦਾ। ਇਸ ਕਰਕੇ ਮੈਂ ਤੇਰੀ ਯਾਦ ਮੰਗਦਾ ਹਾਂ, ਤੇਰੀ ਸਿਫਤ ਮੰਗਦਾ ਹਾਂ, ਤੇਰੀਆਂ ਵਡਿਆਈਆਂ ਦੀ ਬਖਸ਼ਿਸ਼ ਮੰਗਦਾ ਹਾਂ। ਇਹ ਐਸੀ ਚੀਜ਼ ਹੈ ਜਿਹੜੀ ਜੀਵਨ ਵਿੱਚ ਅਗਰ ਟਿਕ ਜਾਏ ਤਾਂ ਸਦਾ ਤਸੱਲੀ ਹੈ, ਸਦਾ ਹੀ ਆਰਾਮ ਹੈ, ਮਨ ਨੂੰ ਸਕੂਨ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਬਾਰਕ ਬਾਣੀ ਦਾ ਇੱਕ ਹੋਰ ਪੱਖ ਮੈਂ ਆਪ ਜੀ ਦੇ ਨਾਲ ਸਾਂਝਾ ਕਰਨਾ ਹੈ। ਇਹ ਠੀਕ ਹੈ ਕਿ ਸੰਸਾਰ ਵਿੱਚ ਜੋ ਕੋਈ ਕੁਝ ਦਿੰਦਾ ਹੈ ਆਪਣੇ ਹੱਥੋਂ, ਉਸ ਨੂੰ ਅਸੀਂ ਦਾਨੀ ਕਹਿ ਕੇ
ਵਡਿਆਉਂਦੇ ਆ ਵੀ ਇਹ ਦਾਨੀ ਹੈ। ਧਰਮ ਸਥਾਨਾਂ ਦੀਆਂ ਕੰਧਾਂ ਉੱਪਰ, ਰਸੀਦਾਂ ਉੱਪਰ, ਹਰ ਜਗ੍ਹਾ ਉੱਪਰ ਇਹ ਦਾਨੀ ਸੱਜਣਾ ਦੀਆਂ ਸੂਚੀਆਂ ਛਪਦੀਆਂ ਨੇ ਵੀ ਇਹ ਦਾਨੀ ਹੈ। ਪਰ ਗੁਰੂ ਨਾਨਕ ਮਹਾਰਾਜ ਨੇ ਨਾ ਇਸ ਦੀ ਜਗ੍ਹਾ ਤੇ ਇੱਕ ਸ਼ਬਦ ਸਾਨੂੰ ਦਿੱਤਾ। ਦਾਨ ਦਾ ਅਰਥ ਹੁੰਦਾ ਦੇਣਾ। ਗੁਰੂ ਨਾਨਕ ਮਹਾਰਾਜ ਨੇ ਜਿਹੜੇ 3 ਮੁੱਖ ਸਿਧਾਂਤ ਜਿਨ੍ਹਾਂ ਨੂੰ ਸਿੱਖੀ ਦਾ, ਗੁਰਮਤ ਦਾ, ਸਿੱਖ ਮਤ ਦਾ ਆਧਾਰ ਮੰਨਿਆ ਜਾਂਦਾ ਹੈ, ਉਹ 3 ਮੁੱਢਲੇ ਅਸੂਲ ਨੇ ਗੁਰੂ ਨਾਨਕ ਮਹਾਰਾਜ ਜੀ ਵੱਲੋਂ ਸਾਨੂੰ ਨਿਚੋੜ ਕੱਢ ਕੇ ਦਿੱਤੇ ਹੋਏ। ਪਹਿਲਾ ਹੈ ਅਕਾਲ ਪੁਰਖ ਦਾ ਨਾਮ ਜਪਣਾ, ਦੂਸਰਾ ਹੈ ਧਰਮ ਦੀ ਕਿਰਤ ਕਰਨੀ, ਤੇ ਤੀਸਰਾ ਹੈ ਵੰਡ ਕੇ ਛਕਣਾ। ਉੱਥੇ ਸ਼ਬਦ ਦਾਨ ਦੇਣਾ ਨਹੀਂ ਵਰਤਿਆ, ਵੰਡ ਕੇ ਛਕਣਾ ਵਰਤਿਆ। ਇਸ ਵਿੱਚ ਵੀ ਇੱਕ ਰਾਜ਼ ਹੈ, ਇੱਕ ਕਾਰਨ ਹੈ, ਕਿਉਂਕਿ ਗੁਰੂ ਮਹਾਰਾਜ ਐਸੀਆਂ ਭਾਵਨਾਵਾਂ ਮਨੁੱਖ ਦੇ ਅੰਦਰ ਜਗਾਉਣਾ ਚਾਹੁੰਦੇ ਨੇ ਜਿਹੜੀਆਂ ਭਾਵਨਾਵਾਂ ਮਨੁੱਖ ਨੂੰ ਸਚਿਆਰਿਆਂ ਕਰ ਦੇਣ, ਉੱਚਿਆਂ ਕਰ ਦੇਣ। ਉਹਦੇ ਹਰ ਕਰਮ ਔਰ ਉਹਦੀ ਸੋਚ ਦੇ ਅੰਦਰ ਇੰਨੀ ਪਵਿੱਤਰਤਾ ਹੋਵੇ ਵੀ ਜ਼ਰਾ ਜਿੰਨਾ ਵੀ ਉਸ ਤੋਂ ਆਤਮਿਕ, ਮਾਨਸਿਕ, ਸਰੀਰਕ, ਸਮਾਜਿਕ ਕੋਈ ਨੁਕਸਾਨ ਨਾ ਹੁੰਦਾ ਹੋਵੇ। ਜਿਸ ਮਨੁੱਖ ਦੇ ਕੋਲ ਕੁਝ ਬਹੁਤ ਹੈ, ਉਹ ਜਦੋਂ ਆਪਣੇ ਹੱਥੋਂ ਕੁਝ ਦਿੰਦਾ ਹੈ ਤੇ ਉਹ ਤੇ ਦਾਨੀ ਹੋ ਗਿਆ। ਦੇਣ ਵਾਲਾ ਤੇ ਲੈਣ ਵਾਲਾ ਕੀ ਹੋਇਆ? ਸੁਭਾਵਕ ਹੈ, ਉਹ ਮੰਗ ਖਾਣ ਵਾਲਾ ਹੋਏਗਾ, ਮੰਗਤਾ ਹੋਏਗਾ। ਮੰਨ ਲਵੋ ਕੋਈ ਬਹੁਤ ਧਨੀ ਜਾਂ ਕੋਈ ਬਹੁਤ ਕਿਸੇ ਪੱਖ ਤੋਂ ਅੱਗੇ ਨਿਕਲ ਚੁੱਕਿਆ, ਵਿਕਾਸ ਕਰ ਚੁੱਕਿਆ ਬੰਦਾ, ਜਦੋਂ ਆਪਣੇ ਹੱਥੋਂ ਦੂਸਰੇ ਨੂੰ ਦਿੰਦਾ ਹੈ ਕੁਝ ਤੇ ਅਸੀਂ ਉਹਨੂੰ ਕਹਿੰਦੇ ਆ ਵੀ ਇਹ ਦਾਨੀ ਹੈ। ਹੁਣ ਦਾਨੀ ਦੇ ਸਾਹਮਣੇ ਤੇ ਭਿਖਾਰੀ ਹੀ ਹੋ ਸਕਦਾ ਹੈ ਨਾ, ਹੋਰ ਕੌਣ ਹੋ ਸਕਦਾ ਹੈ? ਇਹਦਾ ਭਾਵ ਹੈ ਜੋ ਪਛੜ ਗਿਆ ਹੈ, ਜਿਹਦੀ ਸਹਾਇਤਾ ਕੀਤੀ ਜਾ ਰਹੀ ਹੈ, ਜਿਹਦੀ ਮਦਦ ਕੀਤੀ ਜਾ ਰਹੀ ਹੈ, ਉਹਦੇ ਲਈ ਇੱਕੋ ਹੀ ਥਾਂ ਬਚਦੀ ਹੈ ਦਾਨੀ ਦੇ ਸਾਹਮਣੇ ਖਲੋਣ ਦੀ, ਉਹ ਹੈ ਭਿਖਾਰੀ ਦੀ, ਉਹ ਹੈ ਮੰਗਤੇ ਦੀ, ਉਹ ਹੈ ਮੰਗ ਲੈਣ ਵਾਲੇ ਦੀ। ਮਦਦ ਵੀ ਕੀਤੀ ਪਰ ਇਨਸਾਨ ਨੂੰ ਉਸ ਜਗ੍ਹਾ ਤੇ ਖਲਿਆਰ ਕੇ ਉਹਦੀ ਪੱਤ ਵੀ ਰੋਲ ਦਿੱਤੀ। ਗੁਰੂ ਨਾਨਕ ਮਹਾਰਾਜ ਨੂੰ ਇਹ ਸ਼ਬਦ ਇੰਨਾ ਪ੍ਰਵਾਨ ਹੀ ਨਹੀਂ ਚੜਿਆ, ਇਸ ਕਰਕੇ ਉਹਨਾਂ ਸ਼ਬਦ ਵਰਤਿਆ ਵੰਡ ਕੇ ਛਕਣਾ। ਗੌਰ ਕਰਨਾ ਇਸ ਵਿੱਚ ਕਿੰਨਾ ਡੂੰਘਾ ਮਾਨਸਿਕ ਆਤਮਿਕ ਰਾਜ਼ ਹੈ। ਵੰਡਿਆ ਗਿਆ ਕਿਸੇ ਨੂੰ ਉੱਚਿਆਂ ਨਹੀਂ ਬਣਾਉਂਦਾ ਤੇ ਕਿਸੇ ਨੂੰ ਨੀਵਿਆਂ ਨਹੀਂ ਬਣਾਉਂਦਾ, ਸਭ ਨੂੰ ਬਰਾਬਰ ਕਰ ਦਿੰਦਾ ਹੈ। ਗੁਰੂ ਨੇ ਉੱਥੇ ਇਹ ਨਹੀਂ ਆਖਿਆ ਵੀ ਸਿੱਖ ਨੇ ਦਾਨ ਦੇਣਾ ਹੈ। ਹਾਂ, ਤੂੰ ਦੇ ਤੇ ਰਿਹਾ ਹੈ ਆਪਣੇ ਹੱਥੋਂ, ਪਰ ਤੂੰ ਭਾਵਨਾ ਇਹ ਨਹੀਂ ਰੱਖਣੀ ਵੀ ਮੈਂ ਦਾਤਾ ਹੋ ਗਿਆ। ਤੂੰ ਭਾਵਨਾ ਇਹ ਰੱਖਣੀ ਹੈ कि गुरु ने मैनू ये जो सबक दिता है भी एक पिता एकस के हम बारक तू मेरा गुर हाई, मैं तो संसार दे रब दे बनाए इन्हां बंदियां नाल वंड के छक रहा, दान नहीं दे रहा मैं। ना मैं दाता ते ना मेरे सामने खड़ा कोई भिखारी है, ये भी मेरे वर्गा रब दा बनाया बंदा है। मैं तो बस जो मेरे कोल रब दा दिता है उस नूं वंड के इन्हां दे नाल साझा कर रहा। बस वो साझा करना, ਉਹ ਸਾਂਝਾ ਕਰ ਲੈਣ ਵਾਲੀ ਗੱਲ ਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਨੇ ਵੀ ਇਹ ਵੰਡਿਆ ਗਿਆ। ਹੁਣ ਗੌਰ ਕਰਨਾ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅੰਮ੍ਰਿਤਮਈ ਪਾਵਨ ਬਾਣੀ ਦੇ ਅੰਦਰ ਐਸੇ ਅਨੇਕਾਂ ਹੀ ਬਚਨ ਨੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੁਖਮਨੀ ਸਾਹਿਬ ਦੀ ਮੁਬਾਰਕ ਬਾਣੀ ਵਿੱਚ ਬਖਸ਼ਿਸ਼ ਕਰਦੇ ਨੇ, ਜੇ ਕੋਈ ਹੋਏ ਬਹਿ ਦਾਤਾਰ, ਜੇ ਕੋਈ ਦਾਤਾ ਬਣਨ ਦੀ ਕੋਸ਼ਿਸ਼ ਕਰਦਾ ਹੈ ਸੰਸਾਰ ਦੇ ਅੰਦਰ ਵੀ ਮੈਂ ਦਾਤਾਰ ਹੋ ਗਿਆ, ਦਾਤਾ ਦੇਣ ਦੀ ਤਾਕਤ ਰੱਖਦਾ, ਤਿਸ ਦੇਨਹਾਰ ਜਾਣੈ ਗਾਵਾਰ। ਉਸ ਦਾਤਾਰ ਵੱਡੇ ਦਾਤੇ ਦੀ ਨਜ਼ਰ ਦੇ ਅੰਦਰ ਮੂਰਖ ਸਾਬਤ ਹੁੰਦਾ ਹੈ ਵੀ ਰੱਬ ਦੀਆਂ ਹੀ ਦਿੱਤੀਆਂ ਹੋਈਆਂ ਦਾਤਾਂ ਨੂੰ ਅੱਗੇ ਦੇਣ ਦੇ ਵਿੱਚ, ਇੰਨੇ ਦੇ ਵਿੱਚ ਹੀ ਇਨਸਾਨ ਦਾਤਾ ਹੋ ਗਿਆ। ਸਵਾਲ ਤਾਂ ਸਮਝਣ ਦਾ ਹੈ। ਹੁਣ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਬਾਰਕ ਬਾਣੀ ਨੂੰ ਜਦੋਂ ਅਸੀਂ ਪੜ੍ਹਦੇ ਹਾਂ, ਉੱਥੇ ਮਹਾਰਾਜ ਕਹਿੰਦੇ ਨੇ ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਸਾਰਾ ਸੰਸਾਰ ਭਿਖਾਰੀ ਏ ਔਰ ਅਕਾਲ ਪੁਰਖ ਵਾਹਿਗੁਰੂ ਹੀ ਇੱਕੋ ਇੱਕ ਦਾਤਾ ਹੈ, ਜਿਸ ਨੇ ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਸਰੀਰ ਵੀ ਉਹਦਾ, ਜਿੰਦ ਵੀ ਉਹਦੀ, ਸਵਾਸ ਵੀ ਉਹਦੇ, ਇਹ ਸੰਸਾਰ ਦਾ ਵਰਤਣ ਵਾਲੇ ਵਾਂ, ਇਹ ਸਭ ਪਸਾਰਾ ਉਸੇ ਦਾ ਹੀ ਬਖਸ਼ਿਸ਼ ਕੀਤਾ ਹੋਇਆ ਸਾਡੇ ਪੱਲੇ ਹੈ, ਸਾਡੇ ਕੋਲ ਹੈ। ਮੈਂ ਇੱਕ ਗਾਥਾ ਤੁਹਾਡੇ ਨਾਲ ਸਾਂਝੀ ਕਰਾਂ ਵੀ ਜਿਨ੍ਹਾਂ ਚੀਜ਼ਾਂ ਦੇ ਆਧਾਰ ਉੱਤੇ ਬੰਦਾ ਕਈ ਵਾਰ ਆਪਣੇ ਆਪ ਨੂੰ ਦਾਤਾ ਸਾਬਤ ਕਰਦਾ ਹੈ, ਜਦੋਂ ਉਹ ਖਹਿੜਾ ਛੱਡ ਜਾਂਦੀਆਂ ਨੇ, ਫਿਰ ਮਨੁੱਖ ਦੇ ਪੱਲੇ ਨਮੋਸ਼ੀ ਵੀ ਸਭ ਤੋਂ ਵੱਡੀ ਪੈਂਦੀ ਹੈ।
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਜਿਸ ਦੇ ਰਾਜ ਉੱਪਰ 1849 ਉੱਪਰ ਪੰਜਾਬ ਦੀ ਧਰਤੀ ਤੇ ਅੰਗਰੇਜ਼ਾਂ ਨੇ ਸਿੱਖ ਰਾਜ ਦੀ ਹੋਂਦ ਨੂੰ ਮਿਟਾ ਕੇ ਆਪਣਾ ਝੰਡਾ ਝੁਲਾ ਲਿਆ ਔਰ ਆਪਣਾ ਰਾਜ ਪਾਟ ਕਾਇਮ ਕਰ ਲਿਆ। ਬੜੀ ਹੀ ਦੁਖਦਾਈ ਗਾਥਾ ਹੈ ਇਤਿਹਾਸ ਦੇ ਇਹ ਪੰਨਿਆਂ ਦੀ। ਔਰ ਇਹ ਉਹ ਵਕਤ ਸੀ ਜਦੋਂ ਮਹਾਰਾਣੀ ਜਿੰਦ ਕੌਰ ਉਸ ਨੂੰ ਉਸ ਦੇ ਪੁੱਤਰ ਨਾਲੋਂ, ਕੰਵਰ ਦਲੀਪ ਸਿੰਘ ਨਾਲੋਂ, ਮਹਾਰਾਜਾ ਦਲੀਪ ਸਿੰਘ ਨਾਲੋਂ ਜੁਦਾ ਕਰ ਦਿੱਤਾ ਗਿਆ। ਖੈਰ, ਕਹਾਣੀ ਬੜੀ ਦੁਖਦਾਈ ਔਰ ਲੰਬੀ ਹੈ। ਮਹਾਰਾਣੀ ਜਿੰਦ ਕੌਰ ਨੂੰ ਕਿਲੇ ਵਿੱਚ ਬੰਦ ਕੀਤਾ ਜਾਂਦਾ ਹੈ। ਉਥੋਂ ਕਿਸੇ ਤਰ੍ਹਾਂ ਨਿਕਲਣ ਵਿੱਚ ਕਾਮਯਾਬ ਹੋ ਜਾਂਦੀ ਹੈ। ਨੇਪਾਲ ਦੇ ਰਾਜੇ ਕੋਲ ਸ਼ਰਨ ਲੈਣ ਜਾਂਦੀ ਹੈ, ਪਰ ਉਹਦੀ ਬੇਵਸੀ, ਉਹਦੀ ਮਜਬੂਰੀ ਔਰ ਨਾ ਕੁਝ ਕਰ ਸਕਣ ਦੀ, ਮਦਦ ਨਾ ਕਰ ਸਕਣ ਦੀ ਅਸਮਰੱਥਾ ਜਿਹੜੀ ਹੈ, ਇਹ ਸਭ ਕੁਝ ਉਹਦੀਆਂ ਅੱਖਾਂ ਦੇ ਸਾਹਮਣੇ ਹੈ। ਗੱਲ ਕੀ ਫਿਰਦੀ ਫਰਾਉਂਦੀ ਜੰਗਲਾਂ ਦਾ, ਪਹਾੜਾਂ ਦਾ ਪੈਂਡਾ ਤੈਅ ਕਰਦੀ। ਪੰਜਾਬ ਦੀ ਮਲਕਾ ਮਹਾਰਾਣੀ ਜਿੰਦ ਕੌਰ ਆਪਣੀ ਇੱਕ ਸਾਥਣ ਦੇ ਨਾਲ, ਗੋਲੀ ਦੇ ਨਾਲ, ਨੌਕਰਾਣੀ ਦੇ ਨਾਲ, ਤੁਸੀਂ ਗੌਰ ਕਰੋ, ਕੋਈ ਸਮਾਂ ਸੀ ਜਦੋਂ ਉਸ ਨੌਕਰਾਣੀ ਨੂੰ ਤਰਸ ਦੇ ਆਧਾਰ ਦੇ ਉੱਤੇ ਮਹਾਰਾਣੀ ਨੇ ਆਪਣੇ ਕੋਲ ਨੌਕਰੀ ਦਿੱਤੀ, ਪਰ ਉਸਨੇ ਕਿੰਨਾ ਸਿਰੜ ਰੱਖਿਆ ਵੀ ਇੰਨੇ ਦੁਖਦਾਈ ਸਮੇਂ ਦੇ ਵਿੱਚ ਵੀ ਉਹਨੇ ਸਾਥ ਨਿਭਾਉਣ ਵਿੱਚ ਕੋਈ ਕਸਰ ਨਾ ਬਾਕੀ ਰਹਿਣ ਦਿੱਤੀ। ਬੜੀ ਤਕਲੀਫ ਦਾ ਸਮਾਂ ਹੈ। ਬੰਦਾ ਸੋਚਦਾ ਮੈਂ ਨੌਕਰੀ ਉੱਥੇ ਕਰਾਂ ਜਿੱਥੇ ਮਾਲਕ ਸੁਖੀ ਹੋਵੇ। ਦੁਖੀ ਮਾਲਕ ਦੇ ਕੋਲ ਤਾਂ ਨੌਕਰ ਵੀ ਦੁਖੀ ਰਹੇਗਾ ਨਾ। ਜਿਹੜਾ ਮਾਲਕ ਦੁੱਖ ਵਿੱਚ ਹੈ ਉਹਦਾ ਨੌਕਰ ਸੁਖੀ ਕਿਵੇਂ ਰਹਿ ਸਕਦਾ ਹੈ? ਹਰ ਆਦਮੀ ਐਸੀ ਥਾਂ ਭਾਲਦਾ ਵੀ ਅਗਰ ਮੈਂ ਕੰਮ ਹੀ ਕਰਨਾ ਹੈ, ਨੌਕਰੀ ਕਰਨੀ ਹੈ, ਤੇ ਕਿਸੇ ਸੁਖੀ ਮਾਲਕ ਕੋਲ ਕਰਾਂ, ਖੁਸ਼ਹਾਲ ਮਾਲਕ ਕੋਲ ਕਰਾਂ। ਜਿੰਨਾ ਚਿਰ ਮਾਲਕ ਦੇ ਪੱਲੇ ਖੁਸ਼ਹਾਲੀ ਰਹਿੰਦੀ ਏ, ਨੌਕਰ ਵੀ ਖੁਸ਼ ਰਹਿੰਦੇ ਨੇ। ਜਦੋਂ ਮਾਲਕ ਦੇ ਪੱਲੇ ਕੰਗਾਲੀ ਪੈ ਜਾਏ, ਦੁੱਖ ਦਾ ਸਮਾਂ ਆ ਜਾਏ, ਵਿਪਦਾ ਦਾ ਸਮਾਂ ਆ ਜਾਏ, ਨੌਕਰ ਖਿਸਕਣੇ ਸ਼ੁਰੂ ਹੋ ਜਾਂਦੇ ਨੇ, ਕਿਉਂਕਿ ਹੁਣ ਇੱਥੇ ਕੀ ਰੱਖਿਆ, ਆਪਾਂ ਤੇ ਨੌਕਰ ਆ ਨਾ। ਪਰ ਦਾਤ ਦੇਣੀ ਬਣਦੀ ਏ ਐਸੇ ਲੋਕਾਂ ਦੀ ਜਿਹੜੇ ਕੇਵਲ ਮਾਲਕ ਤੇ ਨੌਕਰ ਦੇ ਰਿਸ਼ਤੇ ਤੋਂ ਵੀ ਅੱਗੇ ਜਾ ਕੇ ਇੱਕ ਇਨਸਾਨੀ ਫਰਜ਼ ਵੀ ਪਾਲਣ ਦਾ ਸੁਭਾਅ ਰੱਖਦੇ ਨੇ। ਉਹ ਇਨਸਾਨ ਵੀ ਬਣੇ ਰਹਿੰਦੇ ਨੇ। ਉਸ ਨੌਕਰਾਣੀ ਨੇ ਬੜੀ ਮਦਦ ਕੀਤੀ ਮਹਾਰਾਣੀ ਜਿੰਦ ਕੌਰ ਦੀ, ਔਰ ਬੜਾ ਹੀ ਘੋਰ ਬਿਖੜਾ ਪੈਂਡਾ ਤੈਅ ਕਰਦਿਆਂ ਨਾ ਮਹਾਰਾਣੀ ਨੂੰ ਭੁੱਖ ਲੱਗੀ। ਉਹੀ ਸਾਰਾ ਔਖਾ ਸੌਖਾ ਜਿਵੇਂ ਵੀ ਹੋ ਸਕੇ ਇੰਤਜ਼ਾਮ ਉਹੀ ਕਰਦੀ, ਜੋ ਵੀ ਸੁੱਕਾ ਸੀਦਾ ਰੁੱਖਾ ਮਿੱਸਾ ਖਾਣ ਲਈ ਮਿਲ ਜਾਏ। ਪੈਂਡਾ ਤੈਅ ਕਰ ਰਹੀਆਂ ਸਨ ਤੇ ਇੱਕ ਜੰਗਲ ਦੇ ਵਿੱਚ, ਇਲਾਕੇ ਦੇ ਵਿੱਚ ਇੱਕ ਸਾਧੂ ਦਾ ਡੇਰਾ ਹੈ। ਮਹਾਰਾਣੀ ਨੇ ਆਪਣੇ ਮਨ ਦੀ ਖਵਾਹਿਸ਼ ਜ਼ਾਹਰ ਕੀਤੀ, ਆਪਣੀ ਗੋਲੀ ਦੇ ਕੋਲ ਕਹਿਣ ਲੱਗੀ ਵੀ ਮੈਨੂੰ ਭੁੱਖ ਬਹੁਤ ਲੱਗੀ ਹੈ, ਕੁਝ ਖਾਣ ਦਾ ਪ੍ਰਬੰਧ ਹੋ ਸਕਦਾ ਹੈ? ਉਹ ਸਾਧੂ ਦੇ ਡੇਰੇ ਉੱਤੇ ਉਹ ਗੋਲੀ ਗਈ ਔਰ ਉੱਥੇ ਜਾ ਕੇ ਜਦੋਂ ਉਹਨੇ ਕੁਝ ਮੰਗਿਆ ਵੀ ਸਾਨੂੰ ਖਾਣ ਵਾਸਤੇ ਚਾਹੀਦਾ ਹੈ, ਅਸੀਂ ਭੁੱਖੀਆਂ ਹਾਂ, ਬੜੀਆਂ ਪਰੇਸ਼ਾਨ ਹਾਂ, ਚੇਲੇ ਨੇ ਜਵਾਬ ਦਿੱਤਾ, ਸੇਵਾਦਾਰ ਨੇ ਜਵਾਬ ਦਿੱਤਾ, ਕਹਿਣ ਲੱਗਿਆ ਵੀ ਜੋ ਵੀ ਮਿਲੇਗਾ ਨਾ ਇੱਥੇ ਬੈਠ ਕੇ ਸਾਹਮਣੇ ਪੰਗਤ ਵਿੱਚ ਖਾਣਾ ਪਏਗਾ, ਕਿਸੇ ਨੂੰ ਨਾਲ ਲਿਜਾਣ ਦੀ ਆਗਿਆ ਨਹੀਂ, ਕਿਉਂਕਿ ਇੱਥੋਂ ਦਾ ਇੱਕ ਅਸੂਲ ਹੈ, ਇਹ ਇੱਥੋਂ ਦਾ ਇੱਕ ਨਿਯਮ ਹੈ। ਗੋਲੀ ਵਾਪਸ ਆਈ, ਕਹਿਣ ਲੱਗੀ ਮਹਾਰਾਣੀ ਸਾਹਿਬਾ, ਮੈਨੂੰ ਇਸ ਗੱਲ ਦਾ ਅਫਸੋਸ ਹੈ ਵੀ ਮੈਂ ਉਸ ਕਦਰ ਤੁਹਾਡੀ ਮਦਦ ਨਹੀਂ ਕਰ ਸਕਾਂਗੀ, ਆਪਾਂ ਨੂੰ ਦੋਵਾਂ ਨੂੰ ਹੀ ਉੱਥੇ ਜਾਣਾ ਪਏਗਾ ਔਰ ਉੱਥੇ ਬੈਠ ਕੇ ਹੀ ਜੋ ਕੁਝ ਮਿਲੇਗਾ ਛਕਣਾ ਪਏਗਾ। ਖੈਰ ਗੱਲ ਕੀ, ਉਹ ਇੱਕ ਪੰਗਤ ਵਿੱਚ ਜਾ ਕੇ ਬਹਿ ਗਈਆਂ ਜਿੱਥੇ ਕੁਝ ਹੋਰ 2-4 ਲੋੜਵੰਦ ਬੈਠੇ ਸਨ। ਇੱਕ ਸੇਵਾਦਾਰ ਆਇਆ, ਉਹ ਕੇਲੇ ਦੇ ਪੱਤਰ, ਕੇਲੇ ਦਾ ਪੱਤਾ ਬਹੁਤ ਚੌੜਾ ਹੁੰਦਾ ਹੈ, ਉਹ ਸਾਰਿਆਂ ਦੇ ਹੱਥਾਂ ਤੇ ਰੱਖ ਗਿਆ। ਦੂਸਰਾ ਆਇਆ, ਉਸਨੇ ਇੱਕ ਖੁੱਲੇ ਜਿਹੇ ਭਾਂਡੇ ਦੇ ਵਿੱਚੋਂ ਹਰ ਦੀ ਭੁੱਜੀ ਹੋਈ ਦਾਲ ਜਿਹੜੀ ਸੀ ਉਹ ਲੱਪ ਭਰ ਕੇ ਉਸ ਕੇਲੇ ਦੇ ਪੱਤਰ ਦੇ ਉੱਤੇ ਪਾਉਣੀ ਸ਼ੁਰੂ ਕਰ ਦਿੱਤੀ। ਤੁਸੀਂ ਜ਼ਰਾ ਮਹਿਸੂਸ ਕਰਕੇ ਵੇਖੋ, ਮਹਾਰਾਣੀ ਨੇ ਆਪਣਾ ਹੱਥ ਅੱਡਿਆ ਹੋਇਆ, ਉੱਤੇ ਕੇਲੇ ਦਾ ਪੱਤਰ ਪਿਆ, ਇੱਕ ਸੇਵਾਦਾਰ ਆਇਆ ਔਰ ਹਰ ਦੀ ਭੁੱਜੀ ਹੋਈ ਦਾਲ ਦੀ ਲੱਪ ਉਹਦੇ ਉੱਤੇ ਪਾ ਗਿਆ। ਅੱਜ ਮਹਾਰਾਣੀ ਨੇ ਹੱਥ ਅੱਡਿਆ, ਸ਼ਾਇਦ ਜ਼ਿੰਦਗੀ ਵਿੱਚ ਪਹਿਲੀ ਵਾਰ। ਉਹਦੀਆਂ ਅੱਖਾਂ 'ਚ ਅੱਥਰੂ ਆ ਗਏ। ਗੋਲੀ ਨੇ ਵੇਖਿਆ ਆਪਣੀ ਮਹਾਰਾਣੀ ਮਲਕਾ ਦੇ ਚਿਹਰੇ ਵੱਲ ਔਰ ਮੋਢੇ ਤੇ ਹੱਥ ਰੱਖ ਕੇ ਨਹੀਂ ਆਖਿਆ, ਮਹਾਰਾਣੀ ਸਾਹਿਬਾ ਮੈਂ ਤੁਹਾਡੇ ਦਿਲ ਦਾ ਦਰਦ ਸਮਝਦੀ ਹਾਂ। ਲਾਹੌਰ ਦੇ ਕਿਲੇ ਦੇ ਵਿੱਚ
बड़ी आलीशान जिंदगी जिउंदियां पंजाब दी महाराणी जिस वेले सवेर दे वक्त उठिया करदी, तैयार होके जदों किले तो बाहर पैर पाउंदी, उस वेले सेवादार नफर ते नौकर तुहाडी गुलामी करन वाले थालियां दे विच मोहरां रख के कपड़े रख के खलोते हुंदे ते मंगतियां दी कतार लगी हुंदी। तुसीं अपने हत्थीं मोहरां वंडदे और कदे गिणती ना करदे। किन्नियां नूं तुसीं कपड़े दान करदे। लोड़वंद अगले दिन की उड़ीक करते रहिंदे भी कदों महाराणी साहिबा किले तो बाहर आउणगे और सानू कुछ ना कुछ अपने हथीं वंडणगे, कुछ देणगे। सारी जिंदगी तुसां वंडिया ही है अपने हत्थां दे नाल और कदे गिणती भी नहीं कीती। और शायद तुहानू एहसास नहीं सी भी लैण वाले दे मन अंदर की कुछ गुजरदा है, उहदे अंदर कैसियां भावनावां हुंदियां ने। तुसां हत्थ उच्चा रखिआ, क्योंकि देण वाले दा हत्थ उच्चा हुंदा है, लैण वाले दा हत्थ नीवा हुंदा है हमेशा ही। अगर मंगण वाला हाथ उच्चा करेगा तो कुछ नहीं मिलेगा। इस करके असूल है, नियम है और तरीका भी यही है भी जो दे रहा ना वंड रहा उहदा हाथ हमेशा ही उच्चा हुंदा है, ते जिन्हें लैना है कुछ उहदा हाथ हमेशा ही थल्ले हुंदा है, नीवा हुंदा है। हाथ तुहाडा हमेशा उच्चा रहा है। शायद अज जिंदगी च पहला समय जदों तुहानू हाथ नीवा करना पिया। अज तुहाडे अंदर दे दाते नूं बड़ी गहरी चोट वजी है। अज तुहाडे अंदर दा दाता इस हाथ नीवे करन दे नाल मानो मर गया है। अज तुहाडे अंदर दा वो सखी सुभाअ जिहड़ा सी ना, उहदे उत्ते इहो जिही चोट पई है भी तुहानू तकलीफ बहुत पहुंची है। पर यह नियम है कुदरत दा। दौलतां दे आसरे उत्ते तुसीं दानी सी, अज दौलत नहीं है ते अज तुहाडा हथ नीवा हो गया है। यही नियम है कुदरत दा, यही असूल है कुदरत दा। सतगुरु गुरु ग्रंथ साहिब महाराज की मुबारक बाणी दे विच सतगुरु ने आख्या, कुदरत बड़ियां अनोखियां खेडां खेडदी है। जिन्हां थावां दे उत्ते कदे टिब्बे हुंदे ने उथे दरिया वग जांदे ने, ते जिथे दरिया वग रहे होण उथे रेत दे वड्डे वड्डे टिब्बे विखाई दिंदे ने। और लोग पुराने दसदे ने, किताबां चों पढ़ीदा भी इत्थे किसे वेले दरिया वगदा सी। अज उथे तपश पैंदी है, उच्चे उच्चे रेत दे टिब्बे ने, बंदा सोच ही नहीं सकदा। सतगुरु गुरु ग्रंथ साहिब महाराज आखदे ने, धीरों देख तुम्हारे रंगा। हे अकाल पुरख वाहिगुरु, मैं तेरी कुदरत दे इह न्यारे पक्ष जदों वेखदा तां मेरा मन पसीज जांदा है भी कैसा कैसा विहार इस कुदरत दे विच वापरदा है। कल दे कंगाल अज दे बादशाह ने, अज दे बादशाह कल दे कंगाल ने। ऐसा ऐसा कुछ संसार विच वापरदा है। मूर्खां दी ढाणी चों एक सियाणा निकल आउंदा है ते सियाणियां दे घरां विच सिरे दे मूर्ख जन्म लैंदे ने। ਜਿਹੜੇ ਭੱਠੀਆਂ ਦੇ ਵਿੱਚ ਅੱਗ ਬਾਲਦੇ ਹੋਣ ਉਹਨਾਂ ਨੂੰ ਤੂੰ ਹੁਸਨ ਦੇ ਦਿੰਦਾ ਤੇ ਸੁੰਦਰ ਸੇਜਾਂ ਮਾਨਣ ਵਾਲੇ, ਚੰਗਾ ਖਾਣ ਵਾਲੇ ਤੂੰ ਕਰੂਪ ਪੈਦਾ ਕਰ ਦਿੱਤੇ ਨੇ। ਹਨੇਰਿਆਂ ਦੇ ਵਿੱਚ ਪੜ੍ਹ ਲੈਣ ਵਾਲੇ ਸਿਰੇ ਦੇ ਵਿਦਵਾਨ ਹੋ ਜਾਂਦੇ ਨੇ ਔਰ ਲੈਂਪ ਦੀ ਰੌਸ਼ਨੀ ਦੇ ਵਿੱਚ ਬੈਠ ਕੇ ਗ੍ਰੰਥਾਂ ਦੀ ਪੋਲਾ ਪਾਲੀ ਕਰਨ ਵਾਲੇ ਸਿਰੇ ਦੇ ਮੂਰਖ ਬਣੇ ਰਹਿੰਦੇ ਨੇ। ਕੈਸਾ ਵਿਹਾਰ ਹੈ ਕੁਦਰਤ ਦਾ। ਅਜੀਬ ਕਿਸਮ ਦਾ ਤਾਲਮੇਲ ਹੈ ਕੁਦਰਤ ਦੇ ਇਸ ਨਿਯਮ ਦੇ ਵਿੱਚ। इसे करके गुरु ग्रंथ साहिब महाराज की मुबारक बाणी ने आख्या है, हे मनुख, उस करते दी कुदरत दा कोई पारावार नहीं। नानक अंत न जापनी हर ताके पारावार। आप कराए साखती फिर आप कराए मार। इक ना गली जंजीरियां एक तुरी चढ़े बिसियार। आप कराए करे आप हों कैस्यों करी पुकार। इसे नूं कह ना, आपे भांडे साजिया आपे पूरन दे। एक नी दुध समाइए एक चुल्हे रहन चढ़े। एक निहाली पै सवने कूपर रहन खड़े। तिना सवारे नानका जिनकाओ नदर करे। एक आराम नाल सुता है ते एक उहदे सराणे पहरा दे रहा है, ऊंघदा है, नींद आउंदी है पर वह उत्थे खलोता भी सौ नहीं सकता। अपनी अपनी जिंदगी का विहार है। सतगुरु सच्चे पातशाह मुबारक बाणी दे अंदर जदों कुदरत दे इस कौतक की गल करते हैं तो यह बड़ा अनोखा पक्ष है। इहदी था नहीं कोई, इनू दिमाग की घुणतरबाजी नाल सिद्ध ही नहीं किया जा सकता। ये विहार ऐसा है। गुरु ग्रंथ साहिब महाराज पातशाह जी आखते ने, पर समझण वाली बात यह है, उस करते अकाल पुरख वाहिगुरू दा
ਸਭ ਤੋਂ ਵੱਡਾ ਪੰਨ ਇਹ ਹੈ ਵੀ ਇਹ ਸਭ ਦਾਤਾਂ ਉਸ ਦੇ ਆਪਣੇ ਇਖਤਿਆਰ ਵਿੱਚ ਨੇ, ਆਪਣੇ ਹੱਥ ਵਿੱਚ ਨੇ। ਇਸ ਦਾਤ ਨੂੰ ਨਾ ਤਾਂ ਕੋਈ ਜ਼ੋਰ ਨਾਲ ਲੈ ਸਕਦਾ, ਨਾ ਧੱਕੇ ਨਾਲ ਲੈ ਸਕਦਾ, ਨਾ ਆਪਣੀ ਅਕਲ ਦੀ ਵਰਤੋਂ ਕਰਕੇ ਲੈ ਸਕਦਾ। ਇਸੇ ਕਰਕੇ ਜਿੱਥੇ ਸਾਡੀ ਸਾਰੀ ਤਾਕਤ ਮੁੱਕ ਜਾਏ ਤੇ ਗੱਲ ਉਹਦੇ ਉੱਤੇ ਆ ਜਾਏ ਵੀ ਉਹ ਬਖਸ਼ਿਸ਼ ਕਰਨ ਵਾਲਾ ਹੈ, ਤਾਈਓ ਗੁਰੂ ਮਹਾਰਾਜ ਨੇ ਉਸ ਚੀਜ਼ ਨੂੰ ਜੋ ਸਾਡੀ ਅਕਲ ਨਾਲ ਸਾਨੂੰ ਨਹੀਂ ਮਿਲੀ, ਜੋ ਸਾਡੀ ਤਾਕਤ ਨਾਲ ਸਾਡੇ ਹਿੱਸੇ ਨਹੀਂ ਆਈ, ਕੁਦਰਤ ਨੇ ਆਪ ਮਿਹਰਬਾਨ ਹੋ ਕੇ ਸਾਡੀ ਝੋਲੀ ਵਿੱਚ ਉਹ ਦਾਤ ਪਾਈ ਏ, ਉਸ ਨੂੰ ਗੁਰਬਾਣੀ ਬਖਸ਼ਿਸ਼ ਕਹਿੰਦੀ ਹੈ। ਬਖਸ਼ਿਸ਼ ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਸਤਿਗੁਰੂ ਆਖਦੇ ਮੇਰੀ ਘਾਲਣਾ ਨਾਲ, ਮੇਰੀ ਸੇਵਾ ਨਾਲ, ਮੇਰੇ ਯਤਨਾਂ ਨਾਲ ਜੋ ਨਹੀਂ ਮਿਲਿਆ ਉਹ ਤੇਰੀ ਬਖਸ਼ਿਸ਼ ਹੀ ਹੈ ਨਾ। ਪਰ ਜੋ ਯਤਨਾਂ ਨਾਲ ਮਿਲਿਆ ਉਹ ਵੀ ਤੇਰੀ ਬਖਸ਼ਿਸ਼ ਹੈ। ਪਰ ਮੈਨੂੰ ਲੱਗਦਾ ਵੀ ਮੈਂ ਬਹੁਤ ਮਿਹਨਤੀ ਹਾਂ, ਮੈਨੂੰ ਲੱਗਦਾ ਮੈਂ ਬਹੁਤ ਯਤਨਸ਼ੀਲ ਹਾਂ, ਮੈਂ ਬੜਾ ਤਾਕਤ ਰੱਖਦਾ, ਮੈਂ ਪਾ ਲਿਆ ਇਹ ਸਾਰਾ ਕੁਝ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਅੱਜ ਦੇ ਇਸ ਪਾਵਨ ਉਪਦੇਸ਼ ਵਿੱਚ, ਕਹਿੰਦੇ ਜਾਪੈ ਆਪ। ਗੁਰੂ ਦੇ ਸ਼ਬਦ ਦੀ, ਉਪਦੇਸ਼ ਦੀ ਕਮਾਈ ਦੇ ਨਾਲ ਉਹ ਪ੍ਰਭੂ ਮੈਨੂੰ ਸਾਰਿਆਂ ਦੇ ਵਿੱਚ ਆਪ ਵਸਦਾ ਹੋਇਆ ਜਾਪਦਾ ਹੈ। ਪ੍ਰਭੂ ਤੇ ਹੁਣ ਲੋਏ ਤਿੰਨਾਂ ਲੋਕਾਂ 'ਚ, ਹਰ ਪਾਸੇ, ਹਰ ਜ਼ਰਰੇ ਜ਼ਰਰੇ ਦੇ ਅੰਦਰ ਉਹਦੀ ਜੋਤ ਸਮਾਈਏ। ਮਹਾਰਾਜ ਆਖਦੇ ਨੇ ਜੁਗ ਜੁਗ ਦਾਤਾ ਅਵਰ ਨਾ ਕੋਈ। ਸਦਾ ਵਾਸਤੇ ਤੂੰ ਹੀ ਇੱਕੋ ਇੱਕ ਦਾਤਾ ਹੈ, ਹੋਰ ਕੋਈ ਹੈ ਹੀ ਨਹੀਂ। ਤੇਰੇ ਤੋਂ ਬਿਨਾਂ ਦੂਜੀ ਕੋਈ ਹਸਤੀ ਨਹੀਂ ਜਿਹੜੀ ਇਸ ਕੁਦਰਤ ਨੂੰ ਚਲਾਉਂਦੀ ਹੋਵੇ, ਜਿਹੜੀ ਇਹਨਾਂ ਨਿਯਮਾਂ ਨੂੰ ਥਾਪਦੀ ਹੋਵੇ, ਬਣਾਉਂਦੀ ਹੋਵੇ, ਔਰ ਜਿਹੜੀ ਇਸ ਕੁਦਰਤ ਨੂੰ ਨੱਥ ਕੇ ਰੱਖਦੀ ਹੋਵੇ। ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾਂ ਸਾਧ। ਮਾਲਕ ਵੀ ਤੂੰ ਹੈ ਤੇ ਸਭ ਤੇਰੀ ਨੱਥੀ ਹੋਈ, ਕੰਟਰੋਲ ਵਿੱਚ ਕੀਤੀ ਹੋਈ ਖਲਕਤ, ਕੁਦਰਤ, ਕਾਇਨਾਤ ਤੇਰੀ ਰਜ਼ਾ ਦਾ ਪਾਣੀ ਭਰਦੀ ਹੈ। ਜਿਉਂ ਭਾਵੈ ਤਿਉਂ ਰੱਖੈ ਰਾਖ, ਜਿਵੇਂ ਤੇਰੀ ਰਜ਼ਾ, ਤੇਰਾ ਹੁਕਮ ਹੈ ਤਿਵੇਂ ਹੀ ਤੂੰ ਰੱਖਦਾ ਹੈ, ਸੰਸਾਰ ਨੂੰ ਤੂੰ ਚਲਾਉਂਦਾ ਹੈ। ਮਨੁੱਖ ਨੂੰ ਤੇਰੀ ਰਜ਼ਾ ਦੀ ਪੂਰਨ ਸੋਝੀ ਨਹੀਂ, ਇਸ ਕਰਕੇ ਇਹਦੀਆਂ ਮਨ ਮਰਜ਼ੀਆਂ ਬਹੁਤ ਨੇ, ਇਸ ਕਰਕੇ ਇਹਨੂੰ ਤੇਰੇ ਤੇ ਇਤਰਾਜ਼ ਵੀ ਬੜੇ ਨੇ ਵੀ ਰੱਬ ਇਵੇਂ ਕਰਦਾ ਉਵੇਂ ਕਰਦਾ। ਪਰ ਮਨੁੱਖ ਸਵਾਏ ਇਤਰਾਜ਼ ਤੋਂ ਕੁਝ ਕਰ ਸਕਦਾ। ਮੈਂ ਇੱਕ ਜਗ੍ਹਾ ਤੇ ਬੋਲ ਪੜ੍ਹ ਰਿਹਾ ਸਾਂ, ਸੰਸਾਰ ਵਿੱਚ ਤੂਫਾਨ ਆਉਂਦੇ ਨੇ, ਸੰਸਾਰ ਵਿੱਚ ਇਹ ਕੁਝ ਵਾਪਰਦਾ ਹੈ, ਸੰਸਾਰ ਦੀਆਂ ਸਭ ਕਈ ਗੱਲਾਂ ਉਲਟੀਆਂ ਸਿੱਧੀਆਂ ਪ੍ਰਤੀਤ ਹੁੰਦੀਆਂ ਨੇ, ਬੜੇ ਨਫੇ, ਬੜੇ ਨੁਕਸਾਨ, ਸਭ ਕੁਝ ਜੁੜਿਆ ਹੋਇਆ ਸੰਸਾਰ ਦੇ ਨਾਲ। ਤਾਂ ਉਸ ਸੱਜਣ ਨੇ ਲਿਖਿਆ ਵੀ ਜੇ ਰੱਬ ਹੈ ਤੇ ਇਵੇਂ ਕਿਉਂ ਕਰਦਾ ਹੈ? ਰੱਬ ਜ਼ਾਲਮ ਹੈ, ਰੱਬ ਵੈਰ ਕਰਦਾ ਹੈ, ਰੱਬ ਬੜਾ ਕੁਝ ਕਰਦਾ ਹੈ, ਕਿਉਂ? ਦੂਸਰਾ ਸੱਜਣ ਉਸ ਦਾ ਉੱਤਰ ਦਿੰਦਿਆਂ ਲਿਖਦਾ, ਕਹਿੰਦਾ ਤੇਰਾ ਸਾਰਾ ਜ਼ੋਰ ਇਸ ਗੱਲ ਉੱਤੇ ਲੱਗਿਆ ਵੀ ਰੱਬ ਦੀ ਹੋਂਦ ਨਹੀਂ ਹੈ। ਇਸ ਗੱਲ ਉੱਤੇ ਲੱਗਿਆ ਨਾ ਵੀ ਰੱਬ ਦੀ ਹੋਂਦ ਨਹੀਂ ਹੈ, ਤੇ ਤੂੰ ਇਹ ਗੱਲ ਕਹਿੰਦਿਆਂ ਦੂਜੇ ਨੂੰ ਆਖਦਾ ਵੀ ਤੂੰ ਸਿੱਧ ਕਰ ਵੀ ਰੱਬ ਹੈ। ਆਸਤਕ ਬੰਦੇ ਨੂੰ ਨਾਸਤਕ ਕਹਿੰਦਾ ਹੈ ਵੀ ਤੂੰ ਸਿੱਧ ਕਰ ਰੱਬ ਹੈ। ਹੁਣ ਗੌਰ ਕਰਨਾ, ਸਿੱਧ ਨਹੀਂ ਹੋ ਸਕੇਗਾ, ਇਹ ਦੌੜ ਹੀ ਝੂਠੀ ਹੈ, ਸਿੱਧ ਹੋ ਨਹੀਂ ਸਕੇਗਾ। ਆਸਤਕ ਨੇ ਆਖਿਆ ਚੱਲ ਠੀਕ ਹੈ, ਮੈਂ ਊਣਾ ਹਾਂ, ਮੈਂ ਉਹਨੂੰ ਸਿੱਧ ਨਹੀਂ ਕਰ ਸਕਦਾ ਉਹਦੀ ਹੋਂਦ ਨੂੰ, ਪਰ ਤੂੰ ਦੱਸ, ਤੂੰ ਤੇ ਹੋਂਦ ਤੇ ਸਵਾਲ ਖੜੇ ਕਰਦਾ, ਉਹਦੀ ਅਣਹੋਂਦ ਨੂੰ ਹੀ ਸਿੱਧ ਕਰ ਦੇ। ਮੈਂ ਹੋਂਦ ਸਿੱਧ ਨਹੀਂ ਕਰ ਸਕਦਾ, ਕੇਵਲ ਭਰੋਸਾ ਰੱਖਦਾ। ਪਰ ਹਾਂ ਤੂੰ ਇੱਕ ਗੱਲ ਏ, ਤੂੰ ਵੀ ਜਿਹੜੇ ਕੁਐਸਚਨ ਕਰਦਾ, ਆਰਗੂਮੈਂਟ ਕਰਦਾ, ਸਵਾਲ ਕਰਦਾ, ਉਹ ਵੀ ਹੋਂਦ ਉੱਤੇ ਕਰਦਾ ਵੀ ਉਹਦੀ ਹੋਂਦ ਨਹੀਂ ਹੈ, ਉਹਦੀ ਹੋਂਦ ਨਹੀਂ ਹੈ। ਜੇ ਮੈਂ ਤੈਨੂੰ ਆਖਾਂ ਵੀ ਉਹ ਹੈ ਹੀ ਨਹੀਂ, ਤੂੰ ਸਿੱਧ ਕਰ, ਤੇ ਤੇਰੇ ਕੋਲ ਸਵਾਏ ਨਾ ਤੋਂ ਕੋਈ ਦੂਜਾ ਸ਼ਬਦ ਨਹੀਂ। ਤੂੰ ਆਖੇਂਗਾ ਮੈਂ ਤਾਂ ਮੰਨਦਾ ਹੀ ਨਹੀਂ, ਤੂੰ ਤਾਂ ਇਹੀ ਆਖੇਂਗਾ ਨਾ ਵੀ ਮੈਂ ਨਹੀਂ ਮੰਨਦਾ, ਇਸ ਕਰਕੇ ਮੈਂ ਸਵਾਲ ਖੜੇ ਕਰਦਾ। ਤੂੰ ਮੰਨਦਾ ਨਹੀਂ, ਇਸ ਕਰਕੇ ਸਵਾਲ ਖੜੇ ਕਰਦਾ ਹੈ। ਪਰ ਇੱਕ ਗੱਲ ਸੋਚ ਕੇ ਵੇਖ, ਮੈਂ ਮੰਨਦਾ ਹਾਂ ਇਸ ਕਰਕੇ ਮੇਰਾ ਉੱਤਰ ਹਾਂ ਵਿੱਚ ਹੈ, ਤੂੰ ਨਹੀਂ ਮੰਨਦਾ ਤੇਰਾ ਉੱਤਰ ਨਾ ਵਿੱਚ ਹੈ। ਸਿੱਧ ਤੇਰੇ ਕੋਲੋਂ ਵੀ ਨਹੀਂ ਹੋਣਾ ਵੀ ਉਹ ਨਹੀਂ ਹੈ, ਤੇ ਸਿੱਧ ਮੇਰੇ ਕੋਲੋਂ ਵੀ ਨਹੀਂ ਹੋਣਾ ਵੀ ਉਹ ਹੈ। ਇਸੇ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਨਾ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੂਛੇ ਤੇ ਕਿਆ ਕਹੀਐ। ਜੋ ਕਬੀਰ ਜੀ ਦਾ ਹਿਰਦਾ, ਮਨ, ਅੰਤਰ ਆਤਮਾ ਮਹਿਸੂਸ ਕਰਦਾ ਹੈ, ਕੁਦਰਤ ਦੇ ਇਸ ਬਹੁਰੰਗੀ ਪਸਾਰੇ ਚੋਂ ਜਿਹੜੀ ਵਿਸਮਾਦ ਭਾਵਨਾ ਗੁਰੂ ਨਾਨਕ ਮਹਾਰਾਜ ਦੇ ਅੰਦਰ ਜਨਮ ਲੈਂਦੀ ਏ, ਹੋ ਸਕਦਾ ਹੈ ਉਹਨੂੰ ਉਹ ਮਹਿਸੂਸ ਕਰਨ ਵਾਲਾ ਜਾਣਦਾ, ਜਿਨ ਬੂਝਿਆ ਤਿਨ ਆਇਆ ਸਵਾਦ। ਦੂਜਾ ਉਹਦੇ ਬਾਰੇ ਕੀ ਸਿੱਧ ਕਰੇ, ਕਿਵੇਂ ਕਰੇ?
सवाल यह है कि सिद्ध करन नाल जां ना करन नाल की फर्क पैंदा है। अगर सिद्ध हो भी जाएगा तो जिहदे अंदर ही कोई महसूस करने की भावना नहीं, वो नहीं मनेगा। अगर नाम ही होवेगा तो की फर्क पवेगा। पर गुरु नानक महाराज आखदे ने सवाल है उन्होंने महसूस करन दा। जिसने उन्होंने महसूस किया है उस समर्पित भावना नाल वो कुदरती गुणा नाल जुड़ के अपना जीवन उचेरा कर लैंदा है। उहदी होंद दा एहसास सानू नेक बनाउंदा है, सानू धर्मी बनाउंदा है, सानू उचिया रखदा है। सतगुरु महाराज बख्शिश करदे आखदे जस जाचों देवै पत शाख। हे वाहिगुरु मैं तेरे जस की तमन्ना करदा, तेरी वडियाई चाहुंदा भी तेरा वड्डापन मेरे जीवन में आ जाए। जो तेरी वडियाई है वो वडियाई का किणका मात्र भी मैनू मिल जाए ताकि मैं भी छोटे तो वड्डा हो जावां। मेरी सुरत विच भी तेरी वडियाई वस जाए, तेरे गुण वस जाण। ते जे तू ये वडियाई की दात दिंदा है इहदे विच ही मेरी आत्मक इज्जत बनती है, इहदे विच ही मेरी शाख बनती है, मेरा भला हुंदा है। जागत जाग रहा तुध भावां। जदों मैं तैनू भा जावां फिर हमेशा आत्मक तौर पर मैं चेतन रवां। भावे भी जेड़े जीव तेरे गुणा नाल सांझ बना के तैनू चंगे लगते हैं वो आत्मक तौर पर सुचेत ते जागते हैं। एक है जाग शरीर की, एक है जागना मन का, आत्मा का। गुरु ग्रंथ साहब महाराज ने शब्द वरते नैनो नींद पर दृष्ट विकार, श्रवण सोए सुन निंद विचार, रसना सोई लोभ मीठै साध, मन सोया माया बिस्माद। इस गृह में कोई जागत रहे साबत वस्त वो अपनी लहै। महाराज कहते ने बाहरी तौर उत्ते भावें असीं जाग रहे हैं, शरीरक तौर उत्ते भी अखां भी खुलियां ने, कन्नां च आवाज पै रही है, जबान नाल बोल रहे हैं, पैरां नाल चल रहे हैं, सारा शरीर हरकत विच है। असीं कहने बंदा ते जाग रहा, पर गुरु साहब कहते अंदरूनी तौर उपर सुता होया। जिथे सच ते झूठ की परख कोई नहीं, जिथे धर्म ते अधर्म की परख कोई नहीं, और बंदा अधर्म वाले पासे बेमुहारा ही तुरया जाए, गुनाह वाले पासे बेमुहारा ही तुरया जाए। हजूर कहते ने समझ लो इसकी हालत वैसी है जिवें कईयां नूं नींद विच चलण की आदत होवे, अखां तो उन्हां दीयां भी खुलियां हुंदियां ने, वो अपनी पैरां नाल तुर के जांदे ने ना, पर नींद विच चल दिमागी तौर उपर सुते होए ने। अंदरूनी सिस्टम नर्वस होया, काम नहीं करता, शरीर हरकत कर रहा है। जदों उन्हां नूं कोई हलूणा दे के जगाउंदा है तां वो पहला सवाल यह करते हैं मैं इत्थे किवें आया, मैं तो अपने कमरे च सुता सी, इत्थे किवें आया। फिर उन्होंने दसिया जाता है कि तैनू नींद विच चलण की आदत है, तैनू पता नहीं लग्या तू किहड़े वेले उठे हैं, किहड़े वेले तुरे हैं, इत्थों तक पहुंच गए। वो अगों कहंदा नहीं मैनू तो पता ही नहीं लगा, मैं तो सुता होया सी। इहदा भाव है भी अखां खुलियां होण तां भी कई बार नींद टुटदी नहीं, कन्नां च आवाज पैंदी होवे नींद टुटदी नहीं, शरीर हरकत करदा होवे तां भी एक नींद बनी रहिंदी। चलो उन्होंने ते बीमारी कह दिता, रोग कह दिता भी इन नींद विच चलण दी आदत है, रोग है, बीमारी कमजोरी बन गई है। पर गुरु ग्रंथ साहब महाराज जो बचन कहते ने वो है मानसिक नींद बारे। जिहड़ा शब्द कहे ना जाग लेहो रे मना, जाग लेहो कहा गाफल सोया, जो तन उपजिया संग ही सो भी संग ना होया। ये मन की मानसिक नींद बारे महाराज कहते हैं। कहते हे मन तू बड़ी मोह की डूंगी नींद विच गवाचिया है, सुता होया, तू जाग नहीं रहा, तैनू कख भी पता नहीं लग रहा भी की वापर रहा, की हो रहा, की नहीं हो रहा, तू इन्ना बेखबर है, बेसमझ है। इस करके जिन्ना चिर वो अंदर दी मोह की नींद नहीं टुट जाती, चस्कियां की नींद विचों बाहर नहीं आ जाता, उन्ना चिर सच दे दीदार भी नहीं कर सकता। सतगुरु महाराज कहते ने पर यह जागृत अवस्था, ये जागना, ये सुचेत होना, हे अकाल पुरख वाहिगुरु तेरे गुणा तो बिना संभव ही नहीं। जां तू मिलै तां तुझे समावा, तू रहमत करें, बख्शिश करें, अंदर ये भावनावां उपज पैण तां ही मैं तेरे विच समा सकदा, अपने यतन नहीं। लोग नाज करते ने अपने अपने तरीकों के उत्ते। और संसार विच ना मैं बेनती करा सारा झगड़ा ही तौर तरीकों का है, होर कोई झगड़ा। लोग कहते ने धर्म का झगड़ा है, रब का झगड़ा है, कख भी नहीं। ना धर्म का झगड़ा है ना रब का झगड़ा है, अपनिया अपनिया तकनीकां का रौला है। सारे पासे जिस भी पासे झात मार लो।
ਤਕਨੀਕ ਦਾ ਰੌਲਾ, ਆਪਣੀ ਆਪਣੀ ਜੁਗਤ ਦਾ ਰੌਲਾ। ਕੋਈ ਕਹਿੰਦਾ ਚੜ੍ਹਦੇ ਨੂੰ ਸਿਰ ਨਿਵਾਇਆ ਜਾਏ, ਇਹ ਅਸਲ ਦਿਸ਼ਾ ਹੈ ਰੱਬ ਦੀ। ਕੋਈ ਕਹਿੰਦਾ ਨਹੀਂ, ਲਹਿੰਦੇ ਨੂੰ। ਰੌਲਾ ਤੇ ਇੱਥੇ ਹੈ। ਰੱਬ ਦਾ ਕੋਈ ਰੌਲਾ ਨਹੀਂ, ਰੌਲਾ ਸਿਰ ਨਿਵਾਉਣ ਦਾ। ਕਿਹੜੇ ਪਾਸੇ? ਜਿੱਧਰ ਮੈਂ ਠੀਕ ਸਮਝਦਾ, ਮੈਂ ਆਖਦਾ ਜਿਹੜੇ ਬਾਕੀ ਨੇ ਨਾ, ਜਿਹੜੇ ਉਸ ਪਾਸੇ ਠੀਕ ਨਹੀਂ ਸਮਝਦੇ, ਉਹ ਤੇ ਸਾਰੇ ਹੀ ਗਲਤ ਨੇ। ਇਹ ਪ੍ਰੋਬਲਮ ਸਦੀਆਂ ਤੋਂ ਧਰਮ ਦੀ ਦੁਨੀਆ ਅੰਦਰ ਚੱਲਦੀ ਆ ਰਹੀ, ਧਰਮ ਦੇ ਨਾਂ ਤੇ ਚੱਲਦੀ ਆ ਰਹੀ ਹੈ। ਔਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਬਾਰਕ ਬਾਣੀ ਵੇਖੋ, ਗੁਰੂ ਨਾਨਕ ਮਹਾਰਾਜ ਦਾ ਜੀਵਨ ਪੜ੍ਹੀਦਾ, ਬੜੇ ਖੁੱਲ੍ਹ ਦਿਲੇ ਸਤਿਗੁਰੂ ਗੁਰੂ ਨਾਨਕ ਮਹਾਰਾਜ। ਅੱਜ ਤੇ ਅਸੀਂ ਬਹੁਤ ਤੰਗ ਦਿਲ ਤੇ ਸੰਕੀਰਣ ਜਿਹੇ ਹੋ ਗਏ ਆ। ਸਾਨੂੰ ਦੂਸਰਾ ਚੰਗਾ ਨਾ ਲੱਗੇ ਤੇ ਅਸੀਂ ਤਲਵਾਰਾਂ ਖਿੱਚ ਲੈਂਦੇ ਆ ਵੀ ਤੇਰੀ ਜੁਰਤ ਕਿਵੇਂ ਪਈ ਬਈ, ਸਾਡੀ ਮਰਜ਼ੀ ਨਾਲ ਤੂੰ ਸੋਚਦਾ ਨਹੀਂ, ਕਰਦਾ ਨਹੀਂ। ਇਹੀ ਮੁਸ਼ਕਲ ਹੈ। ਗੁਰੂ ਨਾਨਕ ਮਹਾਰਾਜ ਕਿੰਨੇ ਖੁੱਲੇ ਦਿਲ ਦੇ ਮਾਲਕ ਨੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਿੱਡਾ ਵਿਸ਼ਾਲ ਜਿਗਰਾ ਰੱਖਦੇ ਨੇ। ਤਾਂ ਹੀ ਤਾਂ ਮੁਸਲਮਾਨ ਪਰਿਵਾਰਾਂ ਵਿੱਚ ਪੈਦਾ ਹੋਏ, ਉਹਨਾਂ ਦੇ ਅੱਤ ਦੇ ਪਿਆਰੇ ਸ਼ਰਧਾਲੂ ਉਹਨਾਂ ਲਈ ਜਾਨਾਂ ਤੱਕ ਵਾਰਨ ਵਾਸਤੇ ਤਿਆਰ ਨੇ। ਕੋਈ ਤੇ ਗੱਲ ਹੈ ਨਾ ਪਿੱਛੇ। ਪੀਰ ਬੁੱਧੂ ਸ਼ਾਹ ਦਾ ਜੀਵਨ ਪੜ੍ਹ ਲਓ, ਭਾਈ ਗਨੀ ਖਾਂ ਤੇ ਨਬੀ ਖਾਂ ਦਾ ਜੀਵਨ ਨਾਮਾ ਪੜ੍ਹ ਲਈਏ, ਭਾਈ ਨਿਹੰਗ ਖਾਂ, ਰਾਏ ਕੱਲਾ, ਕਿਤਨਿਆਂ ਦਾ ਹੀ ਜ਼ਿਕਰ ਕੀਤਾ ਜਾ ਸਕਦਾ ਇਤਿਹਾਸ ਦੇ ਅੰਦਰ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਇਸ ਵਿਖੜੇ ਹਾਲਾਤ ਵਿੱਚ ਸੇਵਾ ਕਮਾਈ, ਜਿਨ੍ਹਾਂ ਨੇ ਆਪਣਾ ਪਲੰਘ ਚੁੱਕਿਆ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਉੱਚ ਦੇ ਪੀਰ ਦੇ ਰੂਪ ਵਿੱਚ ਬਿਠਾ ਕੇ, ਉਹ ਸਾਰੇ ਹੀ ਫਕੀਰ ਸਨ ਤੇ ਕਾਜ਼ੀ ਸਨ। ਉਹਨਾਂ ਦੀ ਗਿਣਤੀ 5 ਇਤਿਹਾਸ ਦੇ ਅੰਦਰ। ਹੁਣ ਕੀ ਕਾਰਨ ਹੈ? ਇੱਕ ਦੂਸਰੇ ਮਜ਼ਹਬ ਨਾਲ ਸੰਬੰਧ ਰੱਖਣ ਵਾਲੇ ਲੋਕ ਇਹੋ ਜਿਹੀ ਵਿਖੜੀ ਸਥਿਤੀ ਦੇ ਵਿੱਚ, ਮਾੜੀ ਸਿਚੁਏਸ਼ਨ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉਹਨਾਂ ਦੀ ਸੇਵਾ ਵਿੱਚ ਆ ਕੇ ਹਾਜ਼ਰ ਹੋ ਗਏ। ਕਿਉਂਕਿ ਖੁੱਲ੍ਹ ਦਿਲੀ ਇੰਨੀ ਹੈ। ਗੁਰੂ ਨਾਨਕ ਮਹਾਰਾਜ ਦੀ ਵਿਚਾਰਧਾਰਾ ਕੋ ਤੰਗੀਆਂ ਤੇ ਤਰੁੱਟੀਆਂ ਦੇ ਵਿੱਚ ਜੀਣ ਵਾਲੀ ਗੱਲ ਨਹੀਂ। ਇਹ ਮਨੁੱਖ ਦੇ ਮਨ ਨੂੰ ਆਜ਼ਾਦੀ ਔਰ ਉੱਚੇ ਖਿਆਲਾਂ ਦੀ ਉਡਾਰੀ ਬਖਸ਼ਿਸ਼ ਕਰਦੀ ਏ। ਜਿਨ੍ਹਾਂ ਨੂੰ ਇਹ ਗੱਲ ਮਹਿਸੂਸ ਹੋ ਗਈ, ਉਹਨਾਂ ਨੇ ਆਪਣਾ ਆਪ ਵੀ ਕੁਰਬਾਨ ਕਰਨ ਤੋਂ ਗੁਰੇਜ਼ ਨਹੀਂ ਕੀਤਾ ਵੀ ਇਹ ਚੀਜ਼ ਜਿਉਂਦੀ ਰਹਿਣੀ ਚਾਹੀਦੀ ਹੈ। ਮਨੁੱਖ ਮਾਤਰ ਦੇ ਕੋਲ ਇਹੋ ਹੀ ਇੱਕੋ ਇੱਕ ਤਰੀਕਾ ਹੈ ਸਹੀ ਮਾਇਨਿਆਂ ਵਿੱਚ, ਇੱਕ ਜਗ੍ਹਾ ਤੇ ਇਕੱਠੇ ਹੋਣ ਦਾ। ਪਰ ਹੁਣ ਉਸ ਗੱਲ ਵੱਲ ਵੇਖੋ ਤੇ ਸਾਡੇ ਜੀਵਨ ਵੱਲ ਵੇਖੋ। ਅਸੀਂ ਹਰ ਗੱਲ ਤੇ ਸੰਕੀਰਣ, ਹਰ ਗੱਲ ਤੇ ਸਟ੍ਰਿਕਟ ਹਾਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਬਾਰਕ ਬਾਣੀ ਜਿਹੜੀ ਮੱਤ ਦੇ ਰਹੀ ਹੈ, ਉਹ ਹੈ ਵੀ ਮੈਨੂੰ ਆਪਣੇ ਤਰੀਕਿਆਂ ਤੇ ਕੋਈ ਨਾਜ਼ ਨਹੀਂ। ਹਾਂ, ਮੈਂ ਪਾਲਣ ਕਰਾਂ, ਗੱਲ ਵੱਖਰੀ ਏ, ਪਰ ਹੇ ਅਕਾਲ ਪੁਰਖ ਵਾਹਿਗੁਰੂ, ਟਿਕਿਆ ਤਾਂ ਤੇਰੀ ਬਖਸ਼ਿਸ਼ ਉੱਤੇ ਹੋਇਆ ਹੈ ਨਾ ਸਾਰਾ ਕੁਝ। ਜਾਂ ਤੂੰ ਮਿਲੈ ਤਾਂ ਤੁਝੈ ਸਮਾਵਾਂ, ਤੇਰੇ ਵਿੱਚ ਤਾਂ ਅਭੇਦ ਹੋਵਾਂ ਜੇ ਤੇਰੀ ਰਹਿਨੁਮਾਈ ਮਿਲੇ, ਤੇਰੇ ਗੁਣਾਂ ਦੀ ਦਾਤ ਪ੍ਰਾਪਤ ਹੋਵੇ। ਔਰ ਹਜ਼ੂਰ ਕਹਿੰਦੇ ਜੈ ਜੈਕਾਰ ਜਪਉ ਜਗਦੀਸ਼। ਜਗਦੀਸ਼ ਦਾ ਅਰਥ ਹੈ ਜਗਤ ਦੇ ਮਾਲਕ। ਫੇਰ ਹੀ ਮੈਂ ਤੈਨੂੰ ਜੈ ਜੈ ਭਾਵ ਵੱਡਾ ਵੱਡਾ ਆਖ ਸਕਦਾ। ਇਹ ਸਮਰੱਥਾ, ਇਹ ਭਾਵਨਾ ਵੀ ਮੇਰੇ ਮਨ ਵਿੱਚ ਤੇਰੀ ਬਖਸ਼ਿਸ਼ ਨਾਲ ਹੀ ਪੈਦਾ ਹੁੰਦੀ ਏ। ਗੁਰਮਤ ਮਿਲੀਐ 20-21, ਗੁਰੂ ਦੀ ਮੱਤ ਦੇ ਰਾਹੀਂ ਤੈਨੂੰ ਮਿਲਿਆ ਜਾਂਦਾ ਹੈ। ਇਹ ਜੁਗਤ, ਇਹ ਭਾਵਨਾ, ਇਹ ਅੰਦਰ ਦੀ ਅਵਸਥਾ ਗੁਰੂ ਦੀ ਬਾਣੀ ਤਿਆਰ ਕਰਦੀ ਏ, ਜਿਸ ਕਰਕੇ ਬੰਦਾ ਤੇਰੇ ਰਾਹ ਤੇ ਤੁਰਦਾ ਹੈ। ਗੁਰਮਤਿ ਇਸ ਮਨ ਦੀ ਤਿਆਰੀ ਕਰਦੀ ਹੈ। ਗੁਰ ਕੈ ਸ਼ਬਦ ਬਨਾਵੋ ਇਹ ਮਨ। ਗੁਰੂ ਦੀ ਮੱਤ ਦੇ ਰਾਹੀਂ ਤੈਨੂੰ ਮਿਲਿਆ ਜਾਂਦਾ। 20 ਵਿਸਵੇ 16 ਅੰਨੇ। ਖਰੀ ਗੱਲ ਹੈ ਵੀ ਤੇਰੇ ਨਾਲ ਮਿਲੀਦਾ ਔਰ ਤੇਰੇ ਨਾਲ ਇੱਕ ਸੁਰ ਹੋ ਜਾਈਦਾ। 26 ਨੰਬਰ ਬੰਦ ਵਿੱਚ ਕਹਿੰਦੇ ਹਨ, ਝੱਖ ਬੋਲਣ ਕਿਆ ਜਗ ਸਿਉ ਬਾਦ। ਝੱਖ ਦਾ ਅਰਥ ਹੁੰਦਾ ਫਜ਼ੂਲ ਗੱਲਾਂ ਕਰਨੀਆਂ, ਦਾਅਵੇ ਬੰਨ ਲੈਣੇ, ਬੜੇ ਵੱਡੇ ਵੱਡੇ ਦਾਅਵੇ ਕਰਦੇ ਨੇ। ਝੱਖ ਬੋਲਣ ਕਿਆ ਜਗ ਸਿਉ ਬਾਦ। ਜਗਤ ਨਾਲ ਕਾਹਦਾ ਵਿਵਾਦ, ਕਾਹਦਾ ਝਗੜਾ, ਕਾਹਦੀਆਂ ਝੱਖਾਂ, ਕਾਹਦੇ ਦਾਅਵੇ। ਲੋੜ ਹੀ ਕੀ ਹੈ, ਜ਼ਰੂਰਤ ਕੀ ਹੈ ਇਸ ਗੱਲ ਦੀ। ਜਿਵੇਂ ਪਹਿਲਾਂ ਬੇਨਤੀ ਕੀਤੀ ਸੀ ਨਾ ਵੀ ਹਰ ਬੰਦਾ ਨਾ ਆਪਣੇ ਤੌਰ ਤਰੀਕਿਆਂ ਨਾਲ ਕਈ ਗੱਲਾਂ ਜੋ ਨਹੀਂ ਜਾਣਦਾ ਉਹ ਵੀ ਸਿੱਧ ਕਰਨ ਦੀ ਕੋਸ਼ਿਸ਼ ਵਿੱਚ ਲੱਗਾ ਰਹਿੰਦਾ ਹਰ ਵੇਲੇ। ਚਲੋ ਜਿੰਨੀ ਕੁ ਬੰਦਾ ਜਾਣਦਾ ਤੇ ਹੰਢਾਈ ਹੋਵੇ ਉਹ ਗੱਲ ਕਰੇ ਤੇ ਗੱਲ ਵੱਖਰੀ ਏ। ਕਈ ਗੱਲਾਂ ਨੂੰ ਬੇਮਾਇਨਾ ਹੀ ਸਿੱਧ ਕਰਨ ਦੀ ਕੋਸ਼ਿਸ਼ ਵਿੱਚ ਲੱਗਿਆ ਰਹਿੰਦਾ। ਔਰ ਸੰਸਾਰ ਵਿੱਚ ਝਗੜੇ ਨੇ, ਲੜਾਈਆਂ ਨੇ, ਕਲੇਸ਼ ਨੇ। ਇਹ ਗੱਲ ਇਸ ਢੰਗ ਨਾਲ ਤੁਰਿਆ ਜਾਂਦਾ। ਗੁਰੂ ਮਹਾਰਾਜ ਕਹਿੰਦੇ ਨੇ ਐਸੀ ਝੱਕ ਮਾਰਨੀ, ਭਾਵ ਫਜ਼ੂਲ ਦੀ ਗੱਲ ਕਰਨੀ ਜਿਹਦਾ ਅਸਰ ਤੇ ਅਰਥ ਕੋਈ ਨਹੀਂ, ਜਿਹਦਾ ਮਾਇਨਾ ਹੀ ਕੋਈ ਨਹੀਂ ਨਿਕਲਦਾ। ਐਸਾ ਬੋਲਣਾ ਜੋ ਝੱਖਾਂ ਮਾਰਨ ਦੇ ਬਰਾਬਰ ਹੈ, ਵਿਅਰਥ ਹੈ।
ਔਰ ਜਗਤ ਨਾਲ ਉਹਨਾਂ ਝੱਖਾਂ ਦੇ ਆਧਾਰ ਉਤੇ, ਉਹਨਾਂ ਝੱਖਾਂ ਨੂੰ ਲੈ ਕੇ, ਫਜ਼ੂਲ ਗੱਲਾਂ ਨੂੰ ਲੈ ਕੇ ਵਾਦ ਕਰਨਾ, ਝਗੜਾ ਕਰਨਾ, ਕਲੇਸ਼ ਖੜੇ ਕਰ ਲੈਣੇ। ਮਹਾਰਾਜ ਕਹਿੰਦੇ ਲਾਭ ਕੀ ਇਹਨਾਂ ਚ, ਕਿਆ ਜਗ ਸਿਉ ਬਾਦ। ਔਰ ਮਹਾਰਾਜ ਅੱਗੇ ਸ਼ਬਦ ਵਰਤਦੇ ਨੇ, ਝੂਰ ਮਰੈ ਦੇਖੈ ਪ੍ਰਮਾਦ। ਬੰਦਾ ਇਹਨਾਂ ਚੀਜ਼ਾਂ ਵਿੱਚ ਝੂਰਾ ਕਰਦਾ, ਖਪਦਾ ਮਰ ਜਾਂਦਾ ਹੈ ਆਤਮਕ ਤੌਰ ਉੱਤੇ, ਜ਼ਿੰਦਗੀ ਤਬਾਹ ਕਰ ਲੈਂਦਾ ਹੈ। ਕਿਉਂ ਭਲਾ? ਗੁਰੂ ਕਹਿੰਦੇ ਇਹਦਾ ਇੱਕੋ ਹੀ ਕਾਰਨ ਹੈ ਕਿ ਬੰਦਾ ਆਪਣੇ ਹੰਕਾਰ ਤੋਂ ਸਿਵਾਏ ਦੇਖੈ ਪ੍ਰਮਾਦ, ਕੁਝ ਦੂਜੀ ਚੀਜ਼ ਵੇਖਦਾ ਹੀ ਨਹੀਂ, ਆਪਣੀ ਹਉਮੈ ਵੇਖਦਾ। ਸ਼ਬਦ ਵਰਤਿਆ ਭਗਤ ਜੀ ਨੇ ਬਾਣੀ ਚ, ਕੋਈ ਬੋਲੇ ਨਿਰਵਾ, ਨਿਰਵਾ ਦਾ ਅਰਥ ਹੈ ਨੇੜੇ। ਇੱਕ ਕਹਿ ਰਿਹਾ ਸੀ ਰੱਬ ਤੇ ਬੜਾ ਨੇੜੇ ਹੈ, ਕੋਈ ਬੋਲੇ ਦੂਰ। ਦੂਜਾ ਕਹਿੰਦਾ ਜੇ ਨੇੜੇ ਹੈ ਤੇ ਦਿਸਦਾ ਨਾ, ਪਾਪ ਕਰਨ ਲੱਗਿਆ ਹੱਥ ਨਾ ਫੜ ਲੈਂਦਾ, ਮੰਦਾ ਬੋਲ ਬੋਲਣ ਲੱਗਿਆ ਮੂੰਹ ਤੇ ਹੱਥ ਨਾ ਰੱਖ ਦਿੰਦਾ, ਹੈ ਸਵਾਲ ਹੀ ਪੈਦਾ ਨਹੀਂ ਹੁੰਦਾ। ਜਿਹੜਾ ਨੇੜੇ ਸੀ ਉਹ ਕਹਿੰਦਾ ਸਾਹ ਚੱਲਦੇ ਨੇ, ਇਹ ਇਸ ਗੱਲ ਦੀ ਤਸਦੀਕ ਹੈ ਵੀ ਉਹ ਵਾਹਿਗੁਰੂ ਦੀ ਹੋਂਦ, ਕੁਦਰਤ ਦੀ ਸਚਾਈ ਕਿਧਰੇ ਸਾਡੇ ਅੰਦਰ ਰਮੀ। ਆਪਣੀ ਆਪਣੀ ਦਲੀਲ ਸੀ ਨਾ ਦੋਵਾਂ ਦੀ, ਨੇੜੇ ਵਾਲੇ ਦੀ ਆਪਣੀ ਦਲੀਲ ਹੈ, ਦੂਰ ਵਾਲੇ ਦਾ ਆਪਣਾ ਆਰਗੂਮੈਂਟ ਹੈ। ਕਹਿੰਦੇ ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ। ਦੋਵੇਂ ਹੀ ਨਾ ਵਿਚਾਰ ਕਰਦਿਆਂ ਕਰਦਿਆਂ ਵਿਵਾਦ ਤੱਕ ਪਹੁੰਚ ਗਏ। ਸੋਚਣਾ, ਉਹ ਵਿਚਾਰ ਨੂੰ ਵਿਚਾਰ ਨਹੀਂ ਕਹਿੰਦੇ ਜਿਹੜੀ ਵਿਵਾਦ ਨੂੰ ਜਨਮ ਦੇਵੇ। ਵਿਵਾਦ ਹੁੰਦਾ ਖਪਣਾ ਤੇ ਵਿਚਾਰ ਹੁੰਦਾ ਹੱਲ ਕੱਢਣਾ, ਸਿਰੇ ਤੇ ਪਹੁੰਚਣਾ। ਗੁਰਮਤ ਵਿੱਚ ਵਿਚਾਰ ਪ੍ਰਧਾਨ ਹੈ, ਵਿਵਾਦ ਪ੍ਰਧਾਨ ਨਹੀਂ। ਪਰ ਅੱਜ 95% ਸਿੱਖ ਜਿਹੜਾ ਹੈ ਨਾ, ਉਹ ਵਿਵਾਦ ਪ੍ਰਧਾਨ ਹੋ ਗਿਆ, ਵਿਚਾਰ ਪ੍ਰਧਾਨ ਨਹੀਂ ਰਿਹਾ। ਵਿਚਾਰ ਦਾ ਅਰਥ ਪਤਾ ਕੀ ਹੁੰਦਾ ਹੈ? ਵੀ ਗੱਲ ਕਹਿਣ ਲੱਗਿਆਂ ਵੀ ਜੁਰਤ ਰੱਖਣੀ ਤੇ ਗੱਲ ਸੁਣਨ ਲੱਗਿਆਂ ਵੀ ਦਿਲ ਵੱਡਾ ਰੱਖਣਾ। ਪਰ ਸਾਡੀ ਆਦਤ ਹੈ ਆਪਣੀ, ਅਸੀਂ ਕਹਿ ਲੈਣੀ ਹੈ ਤੇ ਦੂਜੇ ਦੀ ਗੱਲ ਆਈ ਤੇ ਕਿਰਪਾਨ ਖਿੱਚ ਲੈਣੀ ਹੈ। ਹੁਣ ਇਹਨੂੰ ਵਿਚਾਰ ਤਾਂ ਨਹੀਂ ਆਖੇਗਾ, ਐਸੀ ਗੱਲ ਤਾਂ ਕੋਈ ਮੂਰਖ ਹੀ ਕਰ ਸਕਦਾ ਹੈ। ਔਰ ਇਹ ਸੋਚ ਲੈਣਾ ਵੀ ਅਸੀਂ ਹੁਣ ਕੀ ਆ, ਕਿਉਂਕਿ ਅਸੀਂ ਵਿਚਾਰ ਦਾ ਅਰਥ ਵਿਚਾਰ ਨਾਲ ਦੇਣ ਦੀ ਬਜਾਏ ਆਪਣਾ ਵਿਚਾਰ ਦੇ ਕੇ ਅਗਲੇ ਦਾ ਵਿਚਾਰ ਸੁਣਨ ਤੋਂ ਪਹਿਲਾਂ ਫਿਰ ਅਸੀਂ ਤਲਵਾਰ ਦੀ ਧਾਰ ਦੇ ਉੱਤੇ ਅਗਲਾ ਟਿਕਾ ਲੈਨੇ ਆ ਵੀ ਹੁਣ ਤੂੰ ਕਹਿ ਕੇ ਵੇਖ, ਤੇਰੀ ਤਾਕਤ ਕੀ ਹੈ ਵੀ ਸਾਡੇ ਤੋਂ ਉਲਟ ਗੱਲ ਤੂੰ ਕਰ ਜਾਏ। ਪਰ ਐਸੇ ਗੁਰਸਿੱਖ ਸੋਚਦੇ ਨਹੀਂ, ਐਸੇ ਸਾਡੇ ਸੱਜਣ ਸੋਚਦੇ ਨਹੀਂ ਵੀ ਗੁਰੂ ਨਾਨਕ ਮਹਾਰਾਜ ਨੇ ਆਪਣਾ ਵਿਚਾਰ ਹੀ ਤਾਂ ਸੰਸਾਰ ਨੂੰ ਦਿੱਤਾ ਹੈ। ਜੋਗੀਆਂ ਨਾਲ ਕੀਤਾ, ਸਿੱਧਾਂ ਨਾਲ ਵਿਚਾਰ ਕੀਤਾ, ਕਾਜ਼ੀਆਂ ਨਾਲ, ਮੁਲਾਣਿਆਂ ਨਾਲ, ਪੰਡਤਾਂ, ਸੰਨਿਆਸੀਆਂ, ਸਭਨਾਂ ਦੇ ਨਾਲ ਵਿਚਾਰ ਹੀ ਤੇ ਸਾਂਝਾ ਹੋਇਆ। ਔਰ ਇਹ ਗੱਲ ਮੈਨੂੰ ਬੜੀ ਦੁਖਦਾਈ ਲੱਗਦੀ ਹੈ। ਹਾਂ, ਕਿਸੇ ਦੀ ਰਿਸਪੈਕਟ ਕਰਨੀ ਬੜੀ ਜ਼ਰੂਰੀ ਹੈ ਵਿਚਾਰ ਕਰਦਿਆਂ ਵੀ, ਕਿਉਂਕਿ ਵਿਚਾਰ ਦਾ ਹੈ ਹੀ ਅਰਥ ਹੈ ਵੀ ਦੂਸਰੇ ਦਾ ਵੀ ਸਤਿਕਾਰ ਬਹਾਲ ਰਵੇ, ਤੁਹਾਡਾ ਆਪਣਾ ਵੀ ਰਵੇ, ਤੇ ਫਿਰ ਕੋਈ ਨਤੀਜਾ ਨਿਕਲ ਆਏ ਤੇ ਠੀਕ ਹੈ, ਨਹੀਂ ਤਾਂ ਵਿੱਚ ਹੀ ਛੱਡ ਦਿਓ। ਕੋਈ ਲੋੜ ਹੀ ਨਹੀਂ ਐਸੀ ਵਿਚਾਰ ਦੀ ਜਿਹੜੀ ਨਾ ਤੁਹਾਡਾ ਸਤਿਕਾਰ ਰਹਿਣ ਦੇਵੇ ਨਾ ਦੂਜੇ ਦਾ ਸਤਿਕਾਰ ਰਹਿਣ ਦੇਵੇ। ਇਹੋ ਜਿਹੀ ਵਿਚਾਰ ਕੀ ਖਾਕ ਹੈ। ਪਰ ਇੱਕ ਗੱਲ ਦਾ ਖਿਆਲ ਰੱਖਣਾ, ਜੇ ਸਤਿਕਾਰ ਬਹਾਲ ਹੈ ਸਭ ਪਾਸੇ ਤੇ ਵਿਚਾਰ ਕੋਈ ਨਤੀਜਾ ਕੱਢਦੀ ਹੈ, ਤੇ ਜਦੋਂ ਸਤਿਕਾਰ ਮਿੱਟੀ 'ਚ ਮਿਲਣ ਲੱਗ ਪਵੇ ਉਦੋਂ ਵਿਚਾਰ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਕਿਉਂਕਿ ਸਭ ਤੋਂ ਮਹੱਤਵਪੂਰਨ ਹੈ ਇਨਸਾਨ ਦਾ ਸਤਿਕਾਰ। ਉਹ ਵਿਚਾਰ ਕਾਹਦਾ ਵਿਚਾਰ ਹੈ? ਜਿਹਦਾ ਲੋਕਾਂ ਦੀ ਇੱਜ਼ਤ ਨੂੰ, ਪੱਤ ਨੂੰ ਮਿੱਟੀ 'ਚ ਰੋਲ ਕੇ ਨਤੀਜਾ ਕੱਢੇ। ਉਹਦਾ ਫਾਇਦਾ ਵੀ ਕੀ? ਉਸ ਵਿਚਾਰ ਦਾ ਕਿਸੇ ਨੇ ਕੀ ਅਚਾਰ ਪਾਉਣਾ ਹੈ? ਉਹਦਾ ਕੀ ਲਾਭ ਲੈਣਾ ਕਿਸੇ ਨੇ? ਜੇ ਇਨਸਾਨ ਹੀ ਨਾ ਰਿਹਾ, ਹੈਵਾਨ ਹੀ ਹੋ ਗਿਆ, ਤਾਂ ਵਿਚਾਰ ਦਾ ਨਤੀਜਾ ਵੀ ਜੇ ਨਿਕਲ ਆਏ ਤੇ ਕੀ ਲਾਭ ਹੋਇਆ? ਕੋਈ ਲਾਭ ਨਹੀਂ। ਇਸ ਕਰਕੇ ਨਾ ਸਤਿਗੁਰੂ ਜੀ ਬਾਣੀ ਦੇ ਅੰਦਰ ਬਾਦ ਵਿਵਾਦ ਕਾਹੂ ਸਿਉ ਨਾ ਕੀਜੈ ਦਾ ਰਾਹ ਦੱਸਦੇ ਨੇ। ਇਹ ਅੱਜ ਤੱਕ ਜੇ ਤਾਂ ਕੁਝ ਨਿਕਲਿਆ ਇਹਦੇ ਚੋਂ ਤਾਂ ਦੱਸੋ। ਨਿਕਲਦਾ ਫਿਰ ਵੀ ਵਿਚਾਰ ਵਿੱਚੋਂ। ਦੋ ਦੇਸ਼ਾਂ ਦੀ ਜੰਗ ਲੱਗਦੀ ਹੈ, ਲੱਖਾਂ ਲੋਕ ਮਾਰੇ ਜਾਂਦੇ ਨੇ, ਹਜ਼ਾਰਾਂ ਸਿਪਾਹੀ ਨਕਾਰਾ ਹੁੰਦੇ ਨੇ, ਔਰ ਅਰਬਾਂ ਦੀ ਦੌਲਤ ਤਬਾਹ ਹੁੰਦੀ ਹੈ। ਤੇ ਅਖੀਰ ਫਿਰ ਵੀ ਪਤਾ, ਜਦੋਂ ਜੰਗਬੰਦੀ ਹੁੰਦੀ ਹੈ ਤੇ ਟੇਬਲ ਟਾਕ ਬੈਠ ਕੇ ਵੀ ਹੁਣ ਬੰਦ ਕਰ ਲਈਏ ਸਾਰਾ ਕੰਮ। ਇਹਦਾ ਮਤਲਬ ਇਹ ਹੈ ਵੀ ਵਿਵਾਦ ਜਿਹੜਾ ਨਾ, ਜੇ ਉਹਦਾ ਹੱਲ ਕੱਢ ਸਕਦਾ ਹੈ ਤੇ ਭਾਈਚਾਰਕ ਸਾਂਝ ਨਾਲ ਹੀ ਨਿਕਲ ਸਕਦਾ, ਨਹੀਂ ਤਾਂ ਤੋਪਾਂ ਨਾਲ ਅੱਜ ਤੱਕ ਹੱਲ ਨਿਕਲੇ ਨੇ ਕਿਸੇ ਗੱਲ ਦੇ। ਹਾਂ, ਤੋਪ ਜਿੱਤ ਤੇ ਹਾਰ ਵਿਚਾਰ ਦਾ ਇੱਕ ਪੜਾਅ ਹੋ ਸਕਦੀ ਹੈ। ਵਿਦਵਾਨਾਂ ਦਾ ਖਿਆਲ ਹੈ ਵੀ ਕਈ ਵਾਰ ਨਾ ਕਈ ਸੱਜਣ ਬਹਿਣ ਨੂੰ ਤਿਆਰ ਨਹੀਂ ਹੁੰਦੇ ਤੇ ਫਿਰ ਤੋਪਾਂ ਤੇ ਟੈਂਕਾਂ ਤੋਂ ਬਿਨਾਂ ਉਹ ਬਹਿਣ ਨੂੰ ਤਿਆਰ ਰਾਜ਼ੀ ਨਹੀਂ ਹੁੰਦੇ, ਫਿਰ ਉਹਨਾਂ ਨੂੰ ਰਾਜ਼ੀ ਕਰਦੀ ਹੈ ਤਕੜੀ ਧਿਰ। ਪਰ ਇੱਕ ਗੱਲ ਦਾ ਖਿਆਲ ਜ਼ਰੂਰ ਰੱਖਣਾ, ਤਾਕਤ ਦੀ ਆਪਣੀ ਪਾਇਆ ਹੈ, ਵਿਚਾਰ ਦੀ ਆਪਣੀ ਪਾਇਆ ਹੈ। ਵਿਚਾਰ ਤੋਂ ਬਿਨਾਂ ਜਿਹੜੀ ਤਾਕਤ ਹੈ ਨਾ, ਉਹ ਅੰਨੀ ਤਾਕਤ ਤਬਾਹੀ ਹੈ।
ਸਵਾਏ ਤਬਾਹੀ ਤੋਂ, ਸਵਾਏ ਖੂਨ ਖਰਾਬੇ ਤੋਂ ਕੱਖ ਨਹੀਂ, ਔਰ ਉਹਦਾ ਕੋਈ ਨਤੀਜਾ ਨਹੀਂ। ਸੋ ਜਿੱਥੇ ਵਿਚਾਰ ਹੈ ਉੱਥੇ ਤਾਕਤ ਬਹੁਤ ਫਾਇਦਾ ਦੇ ਜਾਂਦੀ ਹੈ, ਤੇ ਜਿੱਥੇ ਕੱਲੀ ਤਾਕਤ ਹੈ ਵਿਚਾਰ ਪੱਲੇ ਨਹੀਂ, ਉਸ ਤਾਕਤ ਦਾ ਕੋਈ ਲਾਭ ਨਹੀਂ। ਉਹ ਟੱਕਰਾਂ ਮਾਰ ਮਾਰ ਕੇ ਆਪੇ ਹੀ ਖਤਮ ਹੋ ਜਾਂਦੀ, ਆਪਣਾ ਆਪ ਵੇਸਟ ਕਰ ਲੈਂਦੀ ਏ। ਗੁਰੂ ਸਾਹਿਬ ਬਾਣੀ ਦੇ ਵਿੱਚ ਤਾਈਓ ਸਾਨੂੰ ਸਮਝਾਉਂਦੇ ਹਨ ਵੀ ਵਿਚਾਰ ਨੂੰ ਉੱਚਾ ਰੱਖੋ, ਆਪਣੇ ਅੰਦਰ ਵਿਚਾਰ ਨੂੰ ਸਿਰੇ ਦੀ ਥਾਂ ਦਿਓ। ਸ੍ਰੇਸ਼ਟ ਜਗ੍ਹਾ ਵਿਚਾਰ ਦੀ ਹੈ। ਪਰ ਭਗਤ ਜੀ ਕਹਿੰਦੇ ਉਹ ਦੋਵੇਂ ਵਿਚਾਰ ਦੇ ਪੱਧਰ ਤੋਂ ਥਿੜਕੇ ਤੇ ਵਿਵਾਦ ਦੇ ਪੱਧਰ ਤੇ ਪਹੁੰਚ ਗਏ। ਹੁਣ ਦੋਵੇਂ ਸਿੱਧ ਕਰਨ ਲੱਗੇ ਹੋਏ ਨੇ, ਇੱਕ ਨੇੜੇ ਸਿੱਧ ਕਰਨ ਲੱਗਿਆ, ਇੱਕ ਦੂਰ ਸਿੱਧ ਕਰਨ ਲੱਗਿਆ। ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ। ਭਗਤ ਜੀ ਮੁਸਕਰਾ ਕੇ ਉਹਨਾਂ ਦੋਵਾਂ ਬੰਦਿਆਂ ਬਾਬਤ ਇੱਕ ਸ਼ਬਦ ਵਰਤਦੇ ਨੇ, ਵਿਅੰਗ ਕੱਸਦੇ। ਕਹਿੰਦੇ ਵੇਖੋ ਪਾਣੀ 'ਚ ਰਹਿਣ ਵਾਲੀ ਮੱਛੀ ਖਜੂਰ ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਹੀ ਹੈ। ਪਾਣੀ 'ਚ ਰਹਿਣ ਵਾਲੀ ਮੱਛੀ ਖਜੂਰ ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਹੀ ਹੈ। ਜਲ ਕੀ ਮਾਛਲੀ ਚਰੈ ਖਜੂਰ, ਕਾਏ ਰੇ ਬਕਬਾਦ ਲਾਇਓ। ਕਾਦੇ ਲਈ ਝਗੜਾ ਕਰਦੇ ਹੋ? ਜਿਨ ਹਰ ਪਾਇਓ ਤਿਨੈ ਛਪਾਇਓ। ਤੂੰ ਵੀ ਹੋਛੈ ਨੇੜੇ ਕਹਿਣ ਵਾਲਿਆ ਤੇ ਤੂੰ ਵੀ ਹੋਛੈ ਦੂਰ ਕਹਿਣ ਵਾਲਿਆ। ਦੋਵੇਂ ਹੁਣ ਐਨ ਪੂਰੀ ਤਰ੍ਹਾਂ ਭਖੇ ਹੋਏ ਹੋ। ਬਸ ਇੰਨਾ ਕੀ ਰੱਬ ਹੈ ਤੁਹਾਡੇ ਅੰਦਰ? ਇੱਥੇ ਆ ਕੇ ਗੱਲ ਖਤਮ ਹੋ ਗਈ, ਉਹਦਾ ਕੋਈ ਲਾਭ ਹੀ ਨਾ ਰਿਹਾ। ਹੁਣ ਸਤਿਗੁਰੂ ਮਹਾਰਾਜ ਆਖਦੇ ਨੇ ਜਿਨ ਹਰ ਪਾਇਓ ਤਿਨੈ ਛਪਾਇਓ। ਪੰਡਿਤ ਹੋਏ ਕੈ ਵੇਦ ਬਖਾਨੈ। ਕਿ ਤੁਸੀਂ ਜੋ ਸਿੱਧ ਕਰਦੇ ਹੋ ਅੱਖਰਾਂ ਦੇ ਤਲ ਤੇ ਕਰਦੇ ਹੋ ਨਾ। ਇੱਕ ਕਹਿੰਦਾ ਵੀ ਮੈਂ ਜਾਣਿਆ, ਮੈਂ ਪੜ੍ਹਿਆ, ਮੈਂ ਬਹੁਤ ਕੁਝ ਸਿੱਖਿਆ ਆਪਣੇ ਜੀਵਨ ਅੰਦਰ, ਮੈਂ ਪੜ੍ਹਾਈ ਕੀਤੀ, ਉਹ ਹੈ ਹੀ ਨਹੀਂ। ਦੂਜਾ ਆਖਦਾ ਮੈਂ ਜੋ ਧਰਮ ਗ੍ਰੰਥਾਂ ਚੋਂ ਪੜ੍ਹਿਆ, ਬੜੀਆਂ ਦਲੀਲਾਂ ਦੇ ਸਕਦਾ, ਮੈਂ ਬੜੀਆਂ ਆਰਗੂਮੈਂਟ ਨੇ ਮੇਰੇ ਕੋਲ, ਮੈਂ ਸਿੱਧ ਕਰ ਦਿਆਂਗਾ ਉਹ ਨੇੜੇ ਹੈ। ਕਹਿੰਦੇ ਨੇ ਪੰਡਿਤ ਹੋਏ ਕੈ, ਵਿਦਵਾਨ ਹੋ ਕੇ ਗ੍ਰੰਥਾਂ ਦੇ ਫਲਸਫੇ ਘੋਟਦੇ ਨੇ। ਇੱਕ ਦੇ ਕੋਲ ਨਾਸਤਕ ਬਾਣੀ ਹੈ, ਇੱਕ ਦੇ ਕੋਲ ਆਸਤਕ ਬਾਣੀ ਹੈ। ਪਰ ਕਹਿੰਦੇ ਹਨ ਮੂਰਖ ਨਾਮ ਦਿਓ ਰਾਮੈ ਜਾਂਦਾ। ਤੁਹਾਡੇ ਸਾਹਮਣੇ ਤਾਂ ਮੈਂ ਮੂਰਖੀਆਂ, ਕਿਉਂਕਿ ਮੇਰੇ ਕੋਲ ਤੁਹਾਡੇ ਵਰਗੀਆਂ ਦਲੀਲਬਾਜ਼ੀਆਂ ਨਹੀਂ ਹੋਣੀਆਂ ਵੀ ਕਿੱਥੇ ਕੀ ਲਿਖਿਆ। ਪਰ ਮੈਂ ਇੰਨੀ ਗੱਲ ਜਾਣਦਾ ਵੀ ਮੈਂ ਉਹਨੂੰ ਮਹਿਸੂਸ ਕਰਦਾ। ਇਸੇ ਕਰਕੇ ਮੈਂ ਤੁਹਾਡੀ ਇਸ ਲੜਾਈ ਦੇ ਵਿੱਚ ਫਸਿਆ ਨਹੀਂ। ਵੱਖਰਾ ਹਾਂ, ਆਨੰਦ ਵਿੱਚ ਹਾਂ, ਸੁਖੀ ਹਾਂ, ਜੀਵਨ ਜੀ ਰਿਹਾ, ਵਿਕਾਰਾਂ ਤੋਂ ਮੁਕਤ ਹੋ ਗਿਆ। ਮੇਰੀ ਜ਼ਿੰਦਗੀ ਦੇ ਅੰਦਰ ਤਸੱਲੀ ਹੈ, ਟਿਕਾ ਹੈ, ਕਿਉਂਕਿ ਮੈਂ ਉਹਨੂੰ ਮਹਿਸੂਸ ਕੀਤਾ ਹੈ। ਹਾਂ, ਤੁਹਾਡੇ ਵਰਗਾ ਇਹ ਵਕੀਲਪੁਣਾ ਮੈਂ ਕਰ ਨਹੀਂ ਸਕਦਾ। ਤੋ ਜਦੋਂ ਧਰਮ ਗ੍ਰੰਥ ਜਿਹੜੇ ਨੇ ਉਹ ਵਕੀਲਪੁਣਾ ਕਰਨ ਦੇ ਕੰਮ ਆਉਣ ਲੱਗ ਪੈਣ, ਸਮਝ ਲਓ ਜ਼ਿੰਦਗੀ 'ਚੋਂ ਇਹਨਾਂ ਦਾ ਮਹੱਤਵ ਘਟ ਗਿਆ। ਇਹ ਬੰਦੇ ਨੂੰ ਦੇ ਕੁਝ ਨਹੀਂ ਰਹੇ। ਹੁਣ ਇਹਨੂੰ ਬੰਦਾ ਦਿਮਾਗ ਦਾ ਭਾਂਡਾ ਭਰੀ ਰੱਖਣ ਵਾਸਤੇ ਹੀ ਦਿਨ ਰਾਤ ਇਹਦੇ ਤੇ ਵਰਕ ਕਰ ਰਿਹਾ। ਔਰ ਉਹ ਕੀ ਹੋਏਗਾ? ਸਤਿਗੁਰੂ ਜੀ ਆਖਦੇ ਨੇ ਝਗੜਾ ਕਾਹਦਾ ਹੈ? ਖਾਪ ਰਿਹਾ ਮਨੁੱਖ ਕਾਹਦੇ ਵਾਸਤੇ? ਦੇਖੈ ਪ੍ਰਮਾਦ, ਕਿਉਂਕਿ ਹਰ ਪਾਸੇ ਆਪਣਾ ਹੀ ਹੰਕਾਰ ਵੇਖ ਰਿਹਾ, ਆਪਣੇ ਹੰਕਾਰ ਨੂੰ ਹੀ ਮੁੱਖ ਰੱਖ ਰਿਹਾ, ਬਾਕੀ ਕੁਝ ਨਹੀਂ। ਵੀ ਮੈਂ ਆ ਤੇ ਬਸ ਮੈਂ ਆ, ਮੇਰੀ ਜਿੱਤ ਹੈ। ਸਤਿਗੁਰੂ ਜੀ ਆਖਦੇ ਨੇ ਜਨਮ ਮੂਏ ਨਹੀਂ ਜੀਵਨ ਆਸਾ। ਐਸੇ ਜੀਵ ਜਨਮ ਦੇ ਹੀ ਮਰ ਗਏ। ਭਾਵ ਇਹ ਹੈ ਵੀ ਉਹਨਾਂ ਦਾ ਆਤਮਿਕ ਜੀਵਨ ਤਬਾਹ ਹੋ ਗਿਆ ਹੈ। ਆਤਮਿਕ ਤੌਰ ਤੇ ਉਹ ਵਿਰਵੇ ਤੇ ਸਖਣੇ ਨੇ ਕਿਸੇ ਰਸ ਤੋਂ। ਤਾਂ ਹੀ ਉਹ ਸ਼ਬਦ ਵਰਤਿਆ, ਇਕ ਨਾ ਨਾਦ ਨਾ ਵੇਦ ਨਾ ਗੀ ਰਸ। ਕਹਿੰਦੇ ਨੇ ਉਹਨਾਂ ਨੂੰ ਨਾਦ, ਜਿਵੇਂ ਕਿਸੇ ਕੋਈ ਬੰਦਾ ਸੰਗੀਤਕਾਰ ਹੋਵੇ ਤੇ ਮੇਰੇ ਵਰਗੇ ਸੰਗੀਤ ਦੀ ਜਿਹਨੂੰ ਸੋਝੀ ਕੋਈ ਨਹੀਂ, ਉਹਦੇ ਵਾਸਤੇ ਤੇ ਰੌਲਾ ਹੀ ਹੈ ਨਾ। ਉਹ ਵੀ ਰੌਲਾ ਪਾ ਰਹੇ ਬਸ, ਐਵੇਂ ਕੰਨ ਖਾ ਰਹੇ, ਕੀ ਫਾਇਦਾ ਇਹਦਾ? ਪਰ ਜਿਹੜਾ ਸੰਗੀਤਕਾਰ ਹੈ ਉਹ ਮਸਤ ਹੋ ਕੇ ਸੁਣੇਗਾ। ਇੱਕ ਰਾਗ ਨਿਪੁੰਨ ਆਦਮੀ ਦੀ ਗੱਲ ਜੋ ਗਾ ਰਿਹਾ ਨਾ, ਉਹਦੀ ਸਮਝ ਜੇ ਅੱਗੇ ਰਾਗ ਦੀ ਸੋਝੀ ਰੱਖਣ ਵਾਲਾ ਸਰੋਤਾ ਬੈਠਾ ਹੈ, ਉਹਦੇ ਵਾਸਤੇ ਉਹਦੀ ਬੜੀ ਕੀਮਤ ਹੈ। ਉਹ ਇੱਕ ਸੁਰ ਵੀ ਗਲਤ ਲਾਏਗਾ, ਉਹਨੂੰ ਪਤਾ ਲੱਗੇਗਾ। ਪਰ ਮੇਰੇ ਵਾਸਤੇ ਤੇ ਰੌਲਾ ਹੀ ਹੈ, ਭਾਵੇਂ ਉਹ ਸਹੀ ਬੋਲੇ ਜਾਂ ਗਲਤ ਬੋਲੇ, ਮੈਨੂੰ ਕੀ ਪਤਾ ਜਦੋਂ ਮੈਨੂੰ ਸੋਝੀ ਕੋਈ ਨਹੀਂ। ਇੱਕ ਨਾ ਨਾਦ ਨਾ ਵੇਦ। ਤੇ ਇਸੇ ਤਰ੍ਹਾਂ ਗਿਆਨ ਦੀ ਗੱਲ ਹੈ। ਗਿਆਨ ਦਾ ਸੋਝੀ ਦਾ ਪੱਖ ਸੋਝੀਵਾਨ ਦੇ ਸਾਹਮਣੇ ਬੜਾ ਫਿੱਟ ਬੈਠਦਾ ਹੈ। ਅਣਜਾਣ ਆਦਮੀ ਦੇ ਲਈ ਤਾਂ ਉਹ ਖਾਲੀ ਭਾਸ਼ਣ ਹੈ, ਰੌਲਾ ਹੈ। ਉਹਦਾ ਕੀ ਲਾਭ ਹੈ? ਕਿਉਂਕਿ ਉਹਦੇ ਅੰਦਰ ਉਹ ਰਸ ਨਹੀਂ ਜਿਹੜਾ ਰਸ ਕਹਿਣ ਵਾਲੇ ਦੇ ਅੰਦਰ ਹੈ। ਤਾਂ ਉੱਥੇ ਗੈਪ ਪੈ ਗਿਆ, ਫਰਕ ਪੈ ਗਿਆ। ਹੁਣ ਗੁਰੂ ਸਾਹਿਬ ਜੋ ਵਿਚਾਰ ਆਪਣੀ ਬਾਣੀ 'ਚ ਦਿੰਦੇ, ਜੇ ਸਾਡੇ ਅੰਦਰ ਵੈਸੀ ਭਾਵਨਾ ਨਹੀਂ ਉਪਜਦੀ ਤੇ ਇਹਦਾ ਮਤਲਬ ਵੀ ਸਾਡੇ ਵਾਸਤੇ ਧਰਮ ਗ੍ਰੰਥ ਤਾਂ ਇੱਕ ਪੜ੍ਹਨ ਦੀ ਚੀਜ਼ ਹੈ। ਪੜ੍ਹ ਲਿਆ, ਨਾ ਪੜ੍ਹ ਲਿਆ ਤਾਂ ਵੀ ਠੀਕ ਹੈ, ਪੈਸੇ ਦੇ ਕੇ ਪੜ੍ਹਾ ਲਿਆ ਤਾਂ ਵੀ ਠੀਕ ਹੈ। ਤੇ ਜੇ ਇੱਥੇ ਬੈਠਿਆਂ ਦੂਰ ਕਿਸੇ ਧਰਮ ਸਥਾਨ ਤੇ ਪੈਸੇ ਜਮ੍ਹਾਂ ਕਰਾ ਕੇ ਪੜ੍ਹਾ ਲਿਆ, ਕਿਉਂਕਿ ਰਸ ਨਾਂ ਦੀ ਚੀਜ਼ ਕੋਈ ਨਹੀਂ, ਫਿਰ ਵਪਾਰ ਸ਼ੁਰੂ ਹੋਏਗਾ। ਇਹ ਤਾਂ ਸੁਭਾਵਿਕ ਜੀ ਗੱਲ ਹੈ।
ਹੁਣ ਗੌਰ ਕਰਨਾ, ਇੱਕ ਨਾ ਨਾਦ ਨਾ ਵੇਦ ਨਾ ਗੀ ਰਸ, ਰਸ ਕਸ ਨਾ ਜਣੰਤ। ਇਹਨਾਂ ਕੋਮਲ ਕਲਾਵਾਂ ਦਾ ਕਈਆਂ ਨੂੰ ਗਿਆਨ ਨਹੀਂ, ਰਸ ਨਹੀਂ। ਮੈਨੂੰ ਉਹ ਗਾਥਾ ਯਾਦ ਹੈ, ਔਰੰਗਜ਼ੇਬ ਨੇ ਬੜਾ ਕੱਟੜ ਸੀ, ਤੰਗ ਦਿਲ ਸੀ। ਕਾਜ਼ੀਆਂ ਨੇ ਆਖਿਆ ਬਾਦਸ਼ਾਹ ਸਲਾਮਤ, ਰਾਗ ਸ਼ਰ੍ਹਾ ਦੇ ਮੁਤਾਬਕ ਹਰਾਮ ਹੈ, ਇਹ ਨਹੀਂ ਗਾਇਆ ਜਾ ਸਕਦਾ। ਤੋ ਸ਼ਾਹੀ ਦਰਬਾਰ ਵਿੱਚ ਨਾ ਉਹਨਾਂ ਨੇ ਬੜੇ ਵੱਡੇ ਵੱਡੇ ਸੰਗੀਤਕਾਰ ਰਾਗੀ ਰੱਖੇ ਹੁੰਦੇ ਸਨ, ਸਾਰੇ ਨੌਕਰੀ ਤੋਂ ਕੱਢ ਦਿੱਤੇ। ਕਹਿਣ ਲੱਗੇ ਇਹਨਾਂ ਦੀ ਕੀ ਲੋੜ ਹੈ, ਤੇ ਸ਼ਰ੍ਹਾ ਦੇ ਮੁਤਾਬਕ ਹਰਾਮ ਹੈ ਇਹ ਸਾਰੀ ਚੀਜ਼। ਮੁਸ਼ਾਇਰੇ, ਮੁਸ਼ਾਇਰੇ ਕਹਿੰਦੇ ਨੇ ਜਿੱਥੇ ਸ਼ਾਇਰੀ ਕਰਨ ਵਾਲੇ ਲੋਕ ਜੁੜਦੇ ਨੇ, ਮਜਲਸ ਸਜਦੀ, ਸ਼ਾਇਰੀ ਕੀਤੀ ਜਾਂਦੀ, ਜਿਵੇਂ ਕਵੀ ਦਰਬਾਰ ਹੁੰਦੇ ਨੇ। ਮੁਸ਼ਾਇਰਿਆਂ ਤੇ ਪਾਬੰਦੀ ਲਾ ਦਿੱਤੀ, ਕਹਿਣ ਲੱਗਾ ਇਹ ਕੁਫਰ ਪੈਦਾ ਕਰਦੇ ਨੇ, ਇਹ ਵੀ ਬੰਦ ਕਰੋ। ਬੜਾ ਤੰਗ ਦਿਲ ਸੀ ਉਹ ਬੰਦਾ, ਉਹਨੂੰ ਇਹਨਾਂ ਕੋਮਲ ਗੱਲਾਂ ਨਾਲ ਕੋਈ ਮਤਲਬ ਨਹੀਂ ਸੀ, ਇਹਨਾਂ ਹੁਨਰਾਂ ਦੀ ਉਹ ਕੀ ਕਦਰ ਨਹੀਂ ਸੀ ਜਾਣਦਾ। ਉਹਨੇ ਰਾਗ ਤੇ ਵੀ ਪਾਬੰਦੀ ਤੇ ਮੁਸ਼ਾਇਰਿਆਂ ਤੇ, ਸ਼ਾਇਰਾਂ ਤੇ, ਕਵਿਤਾ ਘਰਾਂ ਤੇ, ਕਵੀ ਦਰਬਾਰਾਂ ਤੇ ਵੀ ਪਾਬੰਦੀ ਆਇਦ ਕਰ ਦਿੱਤੀ। ਮਿੱਟੀ ਦੇ ਖਿਡੌਣੇ ਤੱਕ ਉਹਨ ਬੰਦ ਕਰਵਾ ਦਿੱਤੇ। ਕਹਿਣ ਲੱਗਾ ਇਹ ਤਾਂ ਬੁੱਤ ਪ੍ਰਸਤੀ ਸ਼ੁਰੂ ਹੋ ਜਾਏਗੀ। ਮਤਲਬ ਇੰਨਾ ਤੰਗ ਦਿਲ ਹੋ ਗਿਆ ਇਨਸਾਨ ਵੀ ਬੱਚਾ ਮਿੱਟੀ ਦੇ ਖਿਡੌਣੇ ਨਾਲ ਵੀ ਨਹੀਂ ਖੇਡ ਸਕਦਾ। ਖੈਰ, ਜ਼ੇਬੁਲ ਨਿਸ਼ਾ, ਉਸ ਦੀ ਆਪਣੀ ਧੀ ਇੱਕ ਬੜੀ ਚੰਗੀ ਕਵੀ ਸੀ ਔਰ ਬੜੇ ਸੋਹਣੇ ਉਹ ਫਿਕਰੇ ਜੋੜਦੀ ਸੀ। ਬਾਗ ਦੇ ਵਿੱਚ ਨਾ ਬਗੀਚੇ 'ਚ ਟਹਿਲ ਰਹੇ ਨੇ ਪਿਓ ਧੀ। ਇੱਕ ਬੁਲਬੁਲ ਨੇ ਆਵਾਜ਼ ਕੱਢੀ। ਬੁਲਬੁਲ ਦੀ ਆਵਾਜ਼ ਬੜੀ ਮਿੱਠੀ ਹੁੰਦੀ ਹੈ, ਕੰਨਾਂ ਨੂੰ ਸਕੂਨ ਦਿੰਦੀ ਹੈ। ਉਹਨੇ ਇੱਕ ਫਿਕਰਾ ਜੋੜ ਕੇ ਨਾ ਆਪਣੇ ਕੋਲੋਂ 2 ਲਾਈਨਾਂ ਦਾ ਇੱਕ ਕਾਵ ਟੋਟਾ ਜੋੜ ਕੇ ਤੇ ਉਸ ਬੁਲਬੁਲ ਨੂੰ ਸੁਣਾਇਆ। ਉਹਦਾ ਭਾਵ ਇਹ ਸੀ, ਹੇ ਬੁਲਬੁਲ ਹੌਲੀ ਬੋਲ, ਮੇਰੇ ਬਾਦਸ਼ਾਹ ਸਲਾਮਤ ਦਾ ਮਜ਼ਾਜ ਬੜਾ ਕੋਮਲ ਹੈ, ਤੇਰੀ ਆਵਾਜ਼ ਨਾਲੋਂ ਜ਼ਖਮੀ ਹੋ ਜਾਏਗਾ। ਤੇਰੀ ਆਵਾਜ਼ ਭਾਵੇਂ ਬੜੀ ਮਿੱਠੀ ਹੈ, ਬੜੀ ਸਲਾਹੀ ਗਈ ਹੈ ਸਾਰਿਆਂ ਵੱਲੋਂ, ਪਰ ਮੇਰੇ ਬਾਦਸ਼ਾਹ ਦਾ ਮਜ਼ਾਜ ਸੁਭਾਅ ਇੰਨਾ ਕੋਮਲ ਹੈ, ਤੇਰੀ ਆਵਾਜ਼ ਨਾਲ ਵੀ ਇਹਨੇ ਜ਼ਖਮੀ ਹੋ ਜਾਣਾ ਹੈ। ਇਸ ਕਰਕੇ ਤੂੰ ਨਾ ਬੋਲ, ਕਿਉਂਕਿ ਤੇਰੀ ਇਹ ਮਿੱਠੀ ਆਵਾਜ਼ ਸਹਿ ਨਹੀਂ ਸਕਦਾ। ਔਰੰਗਜ਼ੇਬ ਨੇ ਬੜਾ ਸੋਚਿਆ ਵੀ ਇਹਦਾ ਕੀ ਮਤਲਬ ਹੋ ਸਕਦਾ ਹੈ। ਉਹਨੂੰ ਪੁੱਛਿਆ, ਉਹਨੇ ਦੱਸਿਆ। ਕਹਿਣ ਲੱਗੀ ਇਹਦਾ ਮਤਲਬ ਇੱਕੋ ਹੀ ਹੈ ਕਿ ਕੋਮਲ ਗੱਲਾਂ ਵੀ ਤੁਹਾਨੂੰ ਦੁਖਦਾਈ ਲੱਗਦੀਆਂ ਨੇ, ਕਿਉਂਕਿ ਤੁਹਾਨੂੰ ਆਪ ਨੂੰ ਇਹਨਾਂ ਗੱਲਾਂ ਦਾ ਗਿਆਨ ਤੇ ਸੋਝੀ ਕੋਈ ਨਹੀਂ। ਇਸ ਕਰਕੇ ਤੁਹਾਡੇ ਲਈ ਬਕਵਾਸਬਾਜ਼ੀ ਹੈ, ਤੁਹਾਡੇ ਲਈ ਵਿਅਰਥ ਹੈ, ਰੌਲਾ ਗੌੜਾ ਹੈ, ਤੁਹਾਡੇ ਲਈ ਧਰਮ ਤੋਂ ਉਲਟ ਹੈ, ਤੁਹਾਡੇ ਲਈ ਵਿਧਾਨ ਤੋਂ ਉਲਟ ਹੈ। ਇਸ ਕਰਕੇ ਮੈਂ ਇਹ ਗੱਲ ਕਹੀ ਹੈ ਵੀ ਸ਼ਾਇਦ ਬੁਲਬੁਲ ਦੇ ਬੋਲਣ ਤੇ ਵੀ ਪਾਬੰਦੀ ਲੱਗ ਜਾਏ, ਕਿਉਂਕਿ ਤੁਹਾਨੂੰ ਕਿਸੇ ਦੀ ਕੋਈ ਕੋਮਲ ਮਿੱਠੀ ਆਵਾਜ਼ ਦਾ ਗਿਆਨ ਨਹੀਂ, ਰਸ ਨਹੀਂ ਤੁਹਾਡੇ ਅੰਦਰ। ਇਸ ਕਰਕੇ ਬੇਰਸਾ ਤੁਸੀਂ ਜੀਵਨ ਜਿਉਂਦੇ ਹੋ ਤੇ ਦੂਜਿਆਂ ਦਾ ਰਸ ਵੀ ਹਰਾਮ ਕਰਨ ਤੇ ਲੱਗੇ ਹੋਏ ਹੋ। ਮੁਸ਼ਾਇਰਿਆਂ ਤੋਂ ਪਾਬੰਦੀ ਚੁੱਕ ਦਿੱਤੀ ਉਹਨੇ ਆਪਣੀ ਧੀ ਦੀ ਇਹ ਗੱਲ ਸੁਣ ਕੇ। ਇਹ ਤਾਂ ਕੇਵਲ ਇੱਕ ਅੱਧ ਗੱਲ ਹੈ ਉਹਦੇ ਜੀਵਨ ਦੀ। ਖੈਰ, ਜੋ ਮੈਂ ਗੱਲ ਕਰ ਰਿਹਾ ਵੀ ਗੁਰੂ ਸਾਹਿਬ ਕਹਿੰਦੇ ਇੱਕ ਨਾ ਨਾਦ ਨਾ ਵੇਦ ਨਾ ਗੀ ਰਸ, ਰਸ ਕਸ ਨਾ ਜਾਣੰਤ। ਇੱਕ ਨਾ ਸਿੱਧ ਨਾ ਬੁੱਧ ਨਾ ਅਕਲ, ਸਰ ਅੱਖਰ ਕਾ ਭਿਓ ਨਾ ਲਹੰਤ। ਨਾਨਕ ਤੇ ਨਰ ਅਸਲ ਖਰ, ਜੇ ਬਿਨ ਗੁਣ ਗਰਭ ਕਰਨ। ਕੋਈ ਵੀ ਕੋਮਲ ਕਲਾ ਅੰਦਰ ਨਹੀਂ, ਫਿਰ ਵੀ ਹਉਮੈ ਸਭ ਤੋਂ ਜ਼ਿਆਦੀ ਹੈ ਵੀ ਮੈਂ ਹੀ ਸਭ ਜਾਣਦਾ, ਮੈਨੂੰ ਹੀ ਸਭ ਪਤਾ ਹੈ। ਸਤਿਗੁਰੂ ਮਹਾਰਾਜ ਆਖਦੇ ਨੇ, ਐਸੇ ਜੀਵ ਜਨਮੇ ਮੂਏ ਇੱਕ ਬਰਾਬਰ ਨੇ, ਨਹੀਂ ਜੀਵਨ ਆਸਾ। ਉਹਨਾਂ ਦੇ ਕੋਲ ਆਤਮਿਕ ਜੀਵਨ ਦੀ ਕੋਈ ਰੋਸ਼ਨੀ ਨਹੀਂ ਹੁੰਦੀ। ਸਤਿਗੁਰੂ ਕਹਿੰਦੇ ਨੇ, ਆਏ ਚੱਲੇ ਭਏ ਆਸ ਨਿਰਾਸਾ। ਉਹ ਜਗਤ ਵਿੱਚ ਆਏ, ਔਖੇ ਸੌਖੇ ਜੀਵੇ ਤੇ ਤੁਰ ਗਏ। ਉਹਨਾਂ ਦੀ ਆਤਮਿਕ ਜੀਵਨ ਨੂੰ ਕੋਈ ਬੂਰ ਨਹੀਂ ਪਿਆ। ਉਹਨਾਂ ਦਾ ਆਤਮਿਕ ਜੀਵਨ ਨਿਰਾਸ਼ਾ ਹੀ ਚਲਿਆ ਗਿਆ, ਆਸ ਟੁੱਟੀ ਰਹੀ। ਗੁਰੂ ਮਹਾਰਾਜ ਜੀ ਆਖਦੇ ਹਨ, ਝੁੱਖ ਝੁਰ ਝੁਰ ਝੱਖ ਮਾਟੀ ਰਲ ਜਾਏ। ਖੱਪ ਖੱਪ ਕੇ, ਝੱਖਾਂ ਮਾਰ ਮਾਰ ਕੇ, ਹਉਮੈ ਦੇ ਪ੍ਰਭਾਵ ਥੱਲੇ ਜੀ ਕੇ, ਹਉਮੈ ਦੀਆਂ ਗੱਲਾਂ ਦੇ ਡੰਕੇ ਵਜਾ ਕੇ ਗੁਰੂ ਸਾਹਿਬ ਕਹਿੰਦੇ ਅਖੀਰ ਉਹ ਮਿੱਟੀ ਹੋ ਗਏ। ਖਾਕ ਆਤਮਿਕ ਤੌਰ ਤੇ ਵੀ ਮਿੱਟੀ ਹੋ ਗਏ, ਸਰੀਰ ਦੀ ਮਿੱਟੀ ਵੀ ਰੁਲ ਗਈ, ਪਰ ਸਾਰੀ ਉਮਰ ਹਉਮੈ ਦਾ ਝੰਡਾ ਹੀ ਚੁੱਕੀ ਰੱਖਿਆ। ਸਾਰੀ ਉਮਰ ਆਪਣੀ ਮੈਂ ਮੇਰੀ ਦੀ ਭਾਵਨਾ ਤੋਂ ਬਾਹਰ ਆ ਕੇ ਇੱਕ ਪਲ ਵੀ ਜੀਵਨ ਦਾ ਆਨੰਦ ਨਹੀਂ ਲਿਆ। ਮੈਂ ਹਾਂ ਤੇ ਬਸ ਮੈਂ ਹਾਂ। ਇਸੇ ਕਰਕੇ ਹੀ ਸਾਰੀ ਜ਼ਿੰਦਗੀ ਬੇਰਸੀ ਕਰ ਛੱਡੀ। ਗੁਰੂ ਮਹਾਰਾਜ ਆਖਦੇ ਨੇ, ਕਾਲ ਨਾ ਚਾਂਪੈ ਹਰ ਗੁਣ ਗਾਏ। ਪਰ ਜਿਨ੍ਹਾਂ ਦੇ ਪੱਲੇ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਹਨ, ਉਹਨਾਂ ਨੂੰ ਆਤਮਿਕ ਮੌਤ ਪੋਹ ਨਹੀਂ ਸਕਦੀ। ਤੁਸੀਂ ਸ਼ਬਦ ਪੜ੍ਹਦੇ ਹੋ, ਆਖਾਂ ਜੀਵਾਂ ਵਿਸਰੈ, ਇਹ ਸਰੀਰ ਦੀ ਮੌਤ ਦਾ ਜ਼ਿਕਰ ਨਹੀਂ, ਇਹ ਮਾਨਸਿਕ ਆਤਮਿਕ ਜ਼ਿੰਦਗੀ ਔਰ ਮੌਤ ਦੇ ਤਲ ਦੀ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਰਦੇ ਨੇ।
ਜੇ ਉਸ ਜੀਵਨ ਦੀ ਚਿਣਗ ਸਾਡੇ ਅੰਦਰ ਹੈ ਤਾਂ ਸਰੀਰਕ ਸਵਾਸ ਭੋਗਦਿਆਂ ਆਨੰਦ ਹੈ, ਸਕੂਨ ਹੈ, ਬੜਾ ਵਧੀਆ ਲੱਗਦਾ ਹੈ। ਪਰ ਨਹੀਂ ਤਾਂ ਇਹ ਵੀ ਇੱਕ ਬੋਝ ਜਿਹਾ ਲੱਗਦੀ ਹੈ ਵੀ ਸਜ਼ਾ ਪੂਰੀ ਕਰ ਰਹੇ ਹਾਂ। ਕਈ ਲੋਕ ਕਹਿਣਗੇ ਜੀ ਇੰਨੀ ਲੰਘ ਗਈ, ਇੰਨੀ ਰਹਿ ਗਈ। ਐਵੇਂ ਲੱਗਦਾ ਵਿਚਾਰੇ ਬਹੁਤ ਤੰਗ ਨੇ, ਦੁਖੀ ਨੇ, ਕਿਉਂਕਿ ਲੰਘਾ ਰਹੇ ਨੇ ਨਾ, ਜੀ ਨਹੀਂ ਰਹੇ। ਦੋਵਾਂ 'ਚ ਬੜਾ ਫਰਕ ਹੁੰਦਾ। ਲੰਘ ਤੇ ਜਾਏਗੀ, ਸਮੇਂ ਨੇ ਕਿਹੜਾ ਸਾਨੂੰ ਪੁੱਛ ਕੇ ਚੱਲਣਾ, ਉਹ ਤਾਂ ਲੰਘਾਈ ਜਾ ਰਿਹਾ। 20 ਲੰਘ ਗਏ, 30 ਲੰਘ ਗਏ, ਕਿਸੇ ਦੇ 40 ਲੰਘ ਜਾਏਗੀ। ਜਿੰਨੀ ਕੁ ਹੋਏਗੀ ਕੁਦਰਤ ਦੇ ਅਸੂਲ ਦੇ ਮੁਤਾਬਕ ਲੰਘੀ ਤਾਂ ਇਹਨੇ ਜਾਣਾ ਹੀ ਹੈ। ਸਵਾਲ ਬੰਦਿਆ, ਤੇਰਾ ਯਤਨ ਇਹਨੂੰ ਲੰਘਾਉਣ ਦਾ ਨਹੀਂ ਹੋਣਾ ਚਾਹੀਦਾ, ਤੇਰਾ ਯਤਨ ਇਹਨੂੰ ਜੀਣ ਦਾ ਹੋਣਾ ਚਾਹੀਦਾ। ਤੇਰੀ ਡਿਊਟੀ ਇਹਨੂੰ ਜੀਣਾ, ਲੰਘਾਉਣਾ ਤੇ ਇਹਨੂੰ ਸਮੇਂ ਨੇ ਹੈ। ਖਰਚ ਤਾਂ ਇਹਨੂੰ ਸਮਾਂ ਕਰ ਰਿਹਾ ਹੈ, ਪਰ ਤੂੰ ਇਹਦੇ ਵਿੱਚ ਜਿਉਂਦਾ ਕਿੰਨਾ ਕਹਿ, ਤੇਰੀ ਇਹ ਡਿਊਟੀ ਹੈ ਕੁਦਰਤ ਵੱਲੋਂ। ਤੈਨੂੰ ਜਿਹੜੀ ਬੁੱਧ ਦਿੱਤੀ ਹੈ, ਸੁਰਤ ਦਿੱਤੀ, ਮੱਤ ਦਿੱਤੀ, ਉਹ ਜੀਣ ਵਾਸਤੇ ਦਿੱਤੀ ਹੈ, ਲੰਘਾਉਣ ਵਾਸਤੇ ਨਹੀਂ। ਲੰਘਾਏਗਾ ਤੇ ਇਹਨੂੰ ਸਮਾਂ, ਇਹ ਡਿਊਟੀ ਸਮੇਂ ਦੀ ਹੈ, ਤੇਰੀ ਨਹੀਂ ਹੈ। ਬਸ ਇਹੋ ਹੀ ਫਰਕ ਹੈ ਮਨੁੱਖ ਦਾ, ਵੀ ਉਹ ਔਖਾ ਸੌਖਾ ਲੰਘਾਉਣਾ ਚਾਹੁੰਦਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਪਾਈ ਨਾਮ ਨਿਧ ਹਰਿ ਕੈ ਨਾਏ। ਆਤਮਕ ਨਿਧਾਂ ਭਾਵ ਆਤਮਕ ਗੁਣਾਂ ਦੇ ਖਜ਼ਾਨੇ ਜਿਨ੍ਹਾਂ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ, ਉਹਦੀ ਯਾਦ, ਉਹਦੀ ਹੋਂਦ ਦਾ ਅਹਿਸਾਸ ਕਰਕੇ ਉਹਨੂੰ ਚੇਤੇ ਯਾਦਾਸ਼ਤ ਵਿੱਚ ਰੱਖ ਕੇ ਪ੍ਰਾਪਤ ਕੀਤੇ ਨੇ, ਉਹ ਕਹਿੰਦੇ ਹਨ ਆਪੇ ਦੇਵੈ ਸਹਿਜ ਸੁਭਾਏ। ਅਕਾਲ ਪੁਰਖ ਵਾਹਿਗੁਰੂ ਸੁਭਾਵਕ ਹੀ ਇਹ ਬਖਸ਼ਿਸ਼ ਉਹਨਾਂ ਮਨੁੱਖਾਂ ਦੇ ਉੱਪਰ ਕਰ ਦਿੰਦਾ ਹੈ। ਉਹ ਇਹ ਦਾਤ ਉਹ ਆਪ ਹੀ ਦਿੰਦਾ ਹੈ। ਤੇ ਸਹਿਜ ਸੁਭਾਅ ਹੀ, ਜਿਹਨੂੰ ਕਹੇ ਨਾ ਮਿਲਿਓ ਆਏ ਅਚਿੰਤਾ। ਅਚਿੰਤਾ ਦਾ ਅਰਥ ਹੁੰਦਾ ਵੀ ਸਹਿਜ ਸੁਭਾਅ ਹੀ ਇਹ ਦਾਤ ਵਾਹਿਗੁਰੂ ਅਕਾਲ ਪੁਰਖ ਨੇ ਉਹਨਾਂ ਦੀ ਝੋਲੀ ਵਿੱਚ ਪਾਈ, ਉਹਨਾਂ ਨੂੰ ਬਖਸ਼ਿਸ਼ ਕਰ ਦਿੱਤੀ ਆਪਣੇ ਗੁਣਾਂ ਦੀ, ਸਚਿਆਰੇ ਜੀਵਨ ਦੀ, ਆਤਮਕ ਰੌਸ਼ਨੀ ਦੀ। ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦਾ ਪੱਲਾ ਫੜਿਆ ਔਰ ਗੁਰੂ ਦੇ ਦੱਸੇ ਹੋਏ ਰਾਹ ਤੇ ਚੱਲਦਿਆਂ ਗੁਰਮਤ ਮਿਲੀ ਹੈ 20 21, ਵੀ ਗੁਰੂ ਦੇ ਮੱਤ ਦੇ ਰਾਹ ਦੇ ਉੱਤੇ ਚੱਲਦਿਆਂ ਹੋਇਆਂ ਉਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਆਤਮਕ ਮਾਨਸਿਕ ਤੌਰ ਉੱਪਰ ਇੱਕ ਸੁਰ ਹੋ ਗਏ, ਯਾਨੀ ਕਿ ਸੱਚ ਦਾ ਰੂਪ ਹੋ ਗਏ। ਸਤਿਗੁਰੂ ਮਹਾਰਾਜ ਮਿਹਰ ਕਰਨ, ਐਸੇ ਜੀਵਨ ਦੀ ਦਾਤ ਸਾਨੂੰ ਜੋ ਸਤਿਗੁਰੂ ਦੀ ਬਾਣੀ ਰਾਹੀਂ ਬਖਸ਼ਿਸ਼ ਕਰ ਰਹੇ ਨੇ, ਅਸੀਂ ਉਸ ਦੇ ਅਭਿਲਾਖੀ ਬਣ ਸਕੀਏ, ਤਾਂਘ ਰੱਖ ਸਕੀਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਣ। ਸਭਨਾਂ ਦਾ ਧੰਨਵਾਦ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।